HK TV ਚੈਨਲ ਦੇ तमाम ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿ ਕਾਫੀ ਦਿਨਾਂ ਬਾਅਦ ਅੱਜ ਫਿਰ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ, ਕਾਰਨ ਕਿ ਲੰਬਾ ਸਮਾਂ ਦਿੱਲੀ ਸਿੰਘੂ ਬਾਰਡਰ ਦੇ ਉੱਪਰ ਅਸੀਂ ਮੋਰਚੇ ਦੇ ਵਿੱਚ ਸ਼ਿਰਕਤ ਕਰ ਰਹੇ ਸੀਗੇ ਤੇ ਮੇਰੇ ਖਿਆਲ 3 ਫਰਵਰੀ ਨੂੰ ਅਸੀਂ ਜਿਹੜਾ ਉੱਥੋਂ ਵਾਪਸੀ ਚਾਲੇ ਪਾਏ ਨੇ ਤੇ ਰਸਤੇ 'ਚ ਆਉਂਦਿਆਂ ਡਾਕਟਰ ਸਾਹਿਬ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਅਨਫੋਰਚੂਨੇਟਲੀ, ਤੇ ਜਿਹੜਾ ਇਹਨਾਂ ਦਾ ਪੈਰ ਆ ਉਹ ਫ੍ਰੈਕਚਰਡ ਹੋ ਗਿਆ, ਜਿਹਦੀ ਵਜ੍ਹਾ ਕਰਕੇ ਕਾਫੀ ਦਿਨ ਸਾਨੂੰ ਥੋੜ੍ਹਾ ਜਿਹਾ ਦੇਖਭਾਲ ਦੇ ਵਿੱਚ ਇੱਦਾਂ ਰੁਝੇਵਾਂ ਜਿਹਾ ਹੋ ਗਿਆ। ਤੇ ਥੋੜਾ ਅੱਜ ਇਹਨਾਂ ਦਾ ਹੌਸਲਾ ਬੜਾ ਹੈ, ਸੋ ਛੋਟੀਆਂ ਮੋਟੀਆਂ ਸੱਟਾਂ ਨੂੰ ਇਹ ਗੋਲਦੇ ਵੀ ਨਹੀਂ ਹੈ, ਖਾਸ ਕੋਈ ਲੈਂਦੇ ਨਹੀਂ ਹੈਗੇ। ਤੇ ਅੱਜ ਫਿਰ ਕਿਉਂਕਿ ਕਾਫੀ ਦਿਨਾਂ ਤੋਂ ਵੇਖ ਰਹੇ ਸੀ, ਵਾਚ ਰਹੇ ਸੀਗੇ ਜੋ ਕੁਛ ਉਸ ਮੋਰਚੇ ਦੇ ਵਿੱਚ ਚੱਲ ਰਿਹਾ ਹੈ, ਜੋ ਕੁਛ ਭਾਰਤ ਸਰਕਾਰ ਦੀਆਂ ਜਿਹੜੀਆਂ ਨੀਤੀਆਂ 'ਚ ਜਿਹੜਾ ਨਿਤਾ ਪ੍ਰਤੀ ਜੋ ਇਤਰਾਜ਼ ਜਿਹੜਾ ਆ ਰਹੇ ਨੇ, ਸੈਸ਼ਨ ਹੋਇਆ ਉਹਦੇ ਵਿੱਚ ਜੋ ਕੁਛ ਹੋਇਆ ਬੀਤਿਆ, ਉਹ ਸਾਰੇ ਦਾ ਮੁਲਾਂਕਣ ਕਰਨਾ, ਉਹ ਸਾਰੇ ਦਾ ਵਿਸ਼ਲੇਸ਼ਣ ਕਰਨ ਵਾਸਤੇ ਅੱਜ ਫਿਰ ਤੁਹਾਡੇ ਦਰਸ਼ਕਾਂ ਦੇ ਰੂਬਰੂ ਹੋਏ ਆ। ਸੋ ਡਾਕਟਰ ਸਾਹਿਬ, ਪਹਿਲਾਂ ਤਾਂ ਆਪਾਂ ਇਹ ਲੈਂਦੇ ਹਾਂ ਕਿ ਪਹਿਲਾਂ ਤਾਂ ਦੱਸੋ ਕਿ ਤੁਹਾਡਾ ਹਾਲ ਚਾਲ ਕੀ ਹੈ। ਹਾਂ ਪਰਮਵੀਰ, ਜ਼ਿੰਦਗੀ ਦੇ ਵਿੱਚ ਹਾਦਸੇ ਤਾਂ ਵਾਪਰਦੇ ਰਹਿੰਦੇ ਨੇ, ਸੋ ਇਹੋ ਜਿਹੇ ਛੋਟੇ ਮੋਟੇ ਹਾਦਸਿਆਂ ਤੋਂ ਹਾਰਦੇ ਨਹੀਂ ਆਪਾਂ। ਤੇ ਠੀਕ ਆ, ਫ੍ਰੈਕਚਰ ਹੋਇਆ ਪੈਰ ਤੇ ਲੇਕਿਨ ਕਾਫੀ ਹੱਦ ਤੱਕ ਸਹੀ ਆ। ਮੈਂ ਰੋਜ਼ ਨਾਮ ਚ ਲਿਖ ਲੈਣਾ ਕਿ ਇਹ ਤੁਹਾਡੀ ਇੱਕ ਕੁਰਬਾਨੀ ਹੈ। ਨਹੀਂ, ਕੁਰਬਾਨੀ ਤਾਂ ਕਾਹਦੀ ਹੈ, ਖੈਰ ਕੋਈ ਗੱਲ ਨਹੀਂ, ਇਹੋ ਜਿਹੇ ਨਿੱਕੇ ਮੋਟੇ ਹਾਦਸਿਆਂ ਨੂੰ ਆਪਾਂ ਨਹੀਂ ਗੌਲਦੇ। ਸੋ ਉੱਥੇ ਵੀ ਬਹੁਤ ਘਾਲਣਾ ਸੀ ਡਾਕਟਰ ਸਾਹਿਬ ਦੀ, ਤੇ ਰਾਤ ਦੇ 1 ਵਜੇ ਤੱਕ ਜਿਹੜਾ ਖੜ ਕੇ ਲੰਗਰ ਤਿਆਰ ਕਰਨਾ ਔਰ ਲੰਗਰ ਜਿਹੜਾ ਸੰਗਤਾਂ ਨੂੰ ਵਰਤਾਉਣਾ, ਉਸ ਤੋਂ ਬਾਅਦ ਫਿਰ ਚਾਹ ਦਾ ਰਾਤ ਦੇ 2 ਵਜੇ ਲੰਗਰ ਚਾਹ ਦਾ ਸ਼ੁਰੂ ਹੋ ਜਾਂਦਾ ਸੀਗਾ। ਤੇ ਬਹੁਤ ਘੱਟ ਕਹਿ ਲਓ ਕਿ ਕੁਝ ਕੁ ਮਿੰਟ ਹੀ ਜਿਹੜੇ ਸੌਣ ਦੇ ਹੁੰਦੇ ਸੀਗੇ ਜਦੋਂ ਆਰਾਮ ਕਰਨ ਦੇ ਸਾਡੇ ਦੋਵਾਂ ਦੇ, ਤੇ ਉਹਦੇ ਵਿੱਚ ਵੀ ਸਾਡਾ ਤਕਰੀਬਨ 4 ਵਜੇ ਤੱਕ ਜਿਹੜੇ ਰੋਜ਼ਾਨਾ ਦੇ ਮੁੱਦੇ ਸੀਗੇ ਉਹਨਾਂ 'ਤੇ ਡਿਸਕਸ਼ਨ ਦੇ ਵਿੱਚ ਹੀ ਲੰਘ ਜਾਂਦਾ ਸੀਗਾ ਵੀ ਫਰਦਰ ਕੀ ਹੋਣਾ ਚਾਹੀਦਾ, ਅੱਜ ਦਾ ਦਿਨ ਜਿਹੜਾ ਕਿਸ ਤਰ੍ਹਾਂ ਲਿਖਿਆ, ਰੋਜ਼ ਨਾਮ 'ਚ ਜਿਹੜਾ ਲਿਖਣਾ, ਇਹ ਸਾਰੀਆਂ ਚੀਜ਼ਾਂ। ਸੋ ਡਾਕਟਰ ਸਾਹਿਬ 3 ਫਰਵਰੀ ਤੋਂ ਲੈ ਕੇ ਟਿਲ ਡੇਟ ਤੱਕ ਜੋ ਕੁਛ ਹੋਇਆ ਵਾਪਰਿਆ, ਕਿਉਂਕਿ ਆਪਾਂ ਤਾਂ ਹੁਣ ਉੱਥੇ ਜਾ ਨਹੀਂ ਪਾ ਰਹੇ, ਤੇ ਜੋ ਕੁਛ ਹੋਇਆ, ਜੋ ਕੁਛ ਹਕੂਮਤ ਵੱਲੋਂ ਹੋ ਰਹੇ ਨੇ, ਜੋ ਕਿਰਿਆਵਾਂ ਹੋ ਰਹੀਆਂ ਨੇ, ਤੇ ਜੋ ਇੱਧਰੋਂ ਸਾਡੇ ਮੋਰਚੇ ਵਾਲੇ ਜਿੰਨੇ ਵੀ ਸਾਡੇ ਯੋਧੇ ਡਟੇ ਹੋਏ ਨੇ ਉਹਨਾਂ ਦੀ ਪ੍ਰਤੀਕਿਰਿਆਵਾਂ, ਉਹਨਾਂ ਦਾ ਸਾਰਿਆਂ ਦਾ ਆਪਾਂ ਅੱਜ ਮੁਲਾਂਕਣ ਕਰਦੇ ਹਾਂ। ਪਰ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਦੁਖਦ ਘਟਨਾਵਾਂ, ਸਭ ਤੋਂ ਪਹਿਲਾਂ ਅਸੀਂ ਸ਼ਰਧਾਂਜਲੀ ਅਰਪਣ ਕਰਦੇ ਹਾਂ ਜਿਹੜੇ 100 ਤੋਂ ਉੱਪਰ ਸਾਡੇ 200 ਤੋਂ ਉੱਪਰ ਸਾਡੇ ਕਿਸਾਨ ਯੋਧੇ ਜਿਹੜੇ ਹੈਗੇ ਨੇ, ਉਹ ਇਸ ਸੰਘਰਸ਼ ਦੀ ਭੇਟ ਚੜ੍ਹ ਗਏ, ਜਿਹੜੀ ਉਹ ਸ਼ਹਾਦਤਾਂ ਹੋਈਆਂ ਨੇ ਉਹਨਾਂ ਦੀਆਂ। ਸੋ ਉਹਨਾਂ ਨੂੰ ਜਿਹੜਾ ਨਤਮਸਤਕ ਨਮਨ ਹੈ, ਬਾਰ-ਬਾਰ ਕੋਟਨ ਕੋਟ ਪ੍ਰਣਾਮ ਹੈ ਐਸੇ ਯੋਧਿਆਂ ਨੂੰ। ਤੇ ਬਾਕੀ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਬੱਚੇ ਹੈਗੇ ਨੇ, ਸਾਡੀਆਂ ਭੈਣਾਂ ਏ, ਸਾਡੇ ਬਜ਼ੁਰਗ ਨੇ, ਸਾਡੇ ਨੌਜਵਾਨ ਵੀਰ ਨੇ, ਜਿਨ੍ਹਾਂ ਨੂੰ ਲਗਾਤਾਰ ਜਿਹੜੀ ਹਕੂਮਤ ਹੈ ਉਹ ਪ੍ਰਤਾੜਨਾ ਦੇ ਰਹੀ ਹੈ, ਉਹਨਾਂ ਨੂੰ ਅਰੈਸਟ ਕਰ ਰਹੀ ਹੈ। ਜਿਨ੍ਹਾਂ ਦੇ ਵਿੱਚੋਂ ਆਪਾਂ ਇੱਕ ਲੜਕੀ ਹੈਗੀ ਹੈ ਨੌਦੀਪ ਕੌਰ, ਉਹ ਜਿਹੜੀ ਮੁਕਤਸਰ ਜ਼ਿਲ੍ਹੇ ਨਾਲ ਸੰਬੰਧਿਤ ਹੈ, ਤੇ ਗੰਦੜ ਪਿੰਡ ਦੀ, ਉਸ ਬੱਚੀ ਨੂੰ ਜਿਹੜਾ ਪੁਲਿਸ ਵੱਲੋਂ, ਹਰਿਆਣਾ ਪੁਲਿਸ ਵੱਲੋਂ ਚੱਕ ਲਿਆ ਜਾਂਦਾ, ਅਰੈਸਟ ਕਰ ਲਿਆ ਜਾਂਦਾ, ਤੇ ਫਿਰ ਉਹਦੇ 'ਤੇ ਕਹਿਰ ਦਾ ਤਸ਼ੱਦਦ ਜਿਹੜਾ ਢਾਇਆ ਜਾਂਦਾ ਹੈ। ਔਰ ਸੁਣਨ 'ਚ ਇਹ ਵੀ ਆਇਆ ਕਿ ਚਰਚਾਵਾਂ ਇਹ ਵੀ ਨੇ ਕਿ ਉਹਦਾ ਫਿਜ਼ੀਕਲ ਸ਼ੋਸ਼ਣ ਵੀ ਹੋਇਆ। ਸੋ ਉਸ 'ਤੇ ਆਪਾਂ ਅੱਜ ਵਿਚਾਰ ਵਟਾਂਦਰੇ ਕਰਦੇ। ਡਾਕਟਰ ਸਾਹਿਬ, ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਉਸ ਲੜਕੀ ਬਾਰੇ ਪਰਮਵੀਰ ਕਿਹਾ ਜਾਂਦਾ ਹੈ ਕਿ ਉਹ ਕੁੰਡਲੀ ਬਾਰਡਰ ਦੇ ਉੱਤੇ ਆ ਰਹੀ ਸੀ, ਕਿਉਂਕਿ ਉਹਦੇ ਨੇੜੇ ਹੀ ਉਹ ਕਿਸੇ ਫੈਕਟਰੀ ਦੇ ਵਿੱਚ ਲੱਗੀ ਹੋਈ ਸੀ, ਤੇ ਉਸ ਫੈਕਟਰੀ ਦੇ ਮਾਲਕਾਂ ਵੱਲੋਂ ਜਿਹੜੇ ਮਜ਼ਦੂਰ ਸੀ ਉਹਨਾਂ ਦਾ ਵੇਤਨ ਵਗੈਰਾ ਨਹੀਂ ਸੀ ਸਹੀ ਦਿੱਤਾ ਜਾਂਦਾ, ਤੇ ਉਹ ਉਹਨਾਂ ਦੇ ਹੱਕਾਂ ਲਈ ਡਟ ਗਈ ਸੀ, ਕਿਉਂਕਿ ਉਹਦੇ ਘਰ ਦੇ ਹਾਲਾਤ ਵੀ ਕੁਛ ਸ਼ੁਰੂ ਤੋਂ ਇਸ ਤਰ੍ਹਾਂ ਦੇ ਰਹੇ ਕਿ ਉਹ ਕ੍ਰਾਂਤੀਕਾਰੀ ਵਿਚਾਰਾਂ ਵਾਲੇ ਪਰਿਵਾਰ ਦੀ ਧੀ ਹੈ।
ਤੇ ਇਸ ਕਰਕੇ ਉਹਦੇ ਖੂਨ ਦੇ ਵਿੱਚ ਸੀ ਕਿ ਉਹ ਅਧਿਕਾਰਾਂ ਵਾਸਤੇ ਡਟ ਗਈ। ਤੇ ਉਸ ਦੇ ਡਟਣ ਦੇ ਨਾਲ ਜਿਹੜੇ ਫੈਕਟਰੀ ਵਾਲੇ ਸੀ ਉਹਨਾਂ ਨੇ ਪੁਲਿਸ ਕੋਲ ਕੰਪਲੇਂਟ ਕੀਤੀ ਤੇ ਜ਼ਾਹਰ ਹੈ ਕਿ ਧਨਾਡਾ ਦੀ ਹੈ ਪੁਲਿਸ ਵੀ ਜੀ ਤੇ ਫਿਰ ਉੱਥੇ ਹਰਿਆਣਾ ਸਰਕਾਰ ਜਿਹੜੀ ਹੈ ਵੀ ਬੀਜੇਪੀ ਦੀ ਜੀ ਤੇ ਉਹਦੇ ਆਧਾਰ ਤੇ ਉਹਦੇ ਤੇ ਬਹੁਤ ਤਸ਼ੱਦਦ ਹੋਇਆ। ਜੀ ਪੁਲਿਸ ਨੇ ਉਹਨੂੰ ਚੱਕਿਆ ਤੇ ਪਰ ਹੈਰਾਨੀ, ਮੈਨੂੰ ਦੁੱਖ ਵੀ ਹੈ, ਹੈਰਾਨੀ ਇਸ ਗੱਲ ਦੀ ਹੈ ਕਿ ਕੁੰਡਲੀ ਬਾਰਡਰ ਦੇ ਉੱਤੋਂ ਉਹਨੂੰ ਚੁੱਕਿਆ ਜਾਵੇ ਤੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਕੋਈ ਪਤਾ ਹੀ ਨਾ ਹੋਵੇ ਤੇ ਉਹਨਾਂ ਵੱਲੋਂ ਕੋਈ ਪ੍ਰਤੀਕਿਰਿਆ ਹੀ ਨਾ ਆਵੇ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਾਡੀਆਂ ਕਿੰਨੀਆਂ ਮਾਵਾਂ ਭੈਣਾਂ ਉੱਥੇ ਜਾਂਦੀਆਂ ਨੇ ਤੇ ਜੇ ਇਸ ਤਰ੍ਹਾਂ ਦੇ ਹੀ ਹਾਲਾਤ ਹੈ ਤਾਂ ਕਿਹੜੀ ਮਾਂ ਭੈਣ ਬੇਟੀ ਇਹਨਾਂ ਹਾਲਾਤਾਂ ਦੇ ਚੱਲਦਿਆਂ ਉਧਰ ਨੂੰ ਮੂੰਹ ਕਰੇਗੀ। ਤੇ ਜੇ ਫਿਰ ਇਹ ਕਹਿਣ ਕਿ ਹਾਂ ਸਾਡੇ ਨਾਲ ਸਾਡੀਆਂ ਜਿਹੜੀਆਂ ਔਰਤਾਂ ਨੇ ਉਹ ਆ ਕੇ ਦਮ ਨਹੀਂ ਭਰਦੀਆਂ, ਆ ਕੇ ਨਾਲ ਨਹੀਂ ਖੜਦੀਆਂ, ਤੇ ਮੇਰਾ ਖਿਆਲ ਹੈ ਕਿ ਇਹਨਾਂ ਹਾਲਾਤਾਂ ਦੇ ਚੱਲਦਿਆਂ ਔਰਤਾਂ ਸ਼ਮੂਲੀਅਤ ਕਰਨ ਤੋਂ ਡਰਨਗੀਆਂ ਹੀ। ਤੇ ਇਹ ਜਿਹੜੀ ਚੀਜ਼ ਹੈ ਇਹ ਬਹੁਤ ਹੀ ਦੁਖਦਾਇਕ ਹੈ ਕਿ ਹੁਣ ਸਾਨੂੰ ਜਿਹੜੀ ਔਰਤ ਹੈ ਉਸ ਦੇ ਉੱਤੇ ਇੰਨਾ ਤਸ਼ੱਦਦ ਹੋ ਰਿਹਾ ਹੈ ਔਰ ਸਾਨੂੰ ਪਤਾ ਲੱਗਦਾ ਹੈ ਇੱਕ ਬਾਹਰਲੀ ਔਰਤ ਤੋਂ, ਉਹ ਵੀ ਅਮਰੀਕਾ ਦੀ ਜਿਹੜੀ ਉਪ ਰਾਸ਼ਟਰਪਤੀ ਹੈ ਉਹਦੀ ਭਾਣਜੀ ਮੀਨਾ ਹੈਰਿਸ ਦਾ ਟਵੀਟ ਆਉਂਦਾ ਹੈ ਤੇ ਫਿਰ ਪਤਾ ਲੱਗਦਾ ਹੈ ਕਿ ਉਹ ਲੜਕੀ ਜਿਹੜੀ ਹੈ 23 ਸਾਲ ਦੀ, ਉਹਨੂੰ ਚੁੱਕਿਆ ਗਿਆ, ਉਹਦੀ ਸੈਕਸੁਅਲ ਹਰਾਸਮੈਂਟ ਵੀ ਹੋਈ ਆ, ਉਹਦੇ ਗੁਪਤ ਅੰਗਾਂ ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ, ਉਹਦੀ ਭੈਣ ਦੇ ਕਹਿਣ ਅਨੁਸਾਰ, ਉਹਦੇ ਵਕੀਲ ਦੇ ਕਹਿਣ ਅਨੁਸਾਰ। ਤੇ ਸਾਡੀਆਂ ਜਥੇਬੰਦੀਆਂ ਵੱਲੋਂ ਅਜੇ ਤੱਕ ਵੀ ਚੁੱਪ ਗੁੜੁਪ ਧਾਰੀ ਹੋਈ ਹੈ। ਤਾਂ ਭਾਵੇਂ ਕਿ ਹੁਣ ਕਿਹਾ ਜਾ ਰਿਹਾ ਕਿ ਵਕੀਲ ਉਹਦੇ ਵਾਸਤੇ ਵੀ ਕੀਤੇ ਗਏ ਨੇ, ਉਹਨੂੰ ਵੀ ਵਕੀਲ ਦੀ ਸਹਾਇਤਾ ਮਿਲੂਗੀ ਵਕੀਲਾਂ ਦੀ, ਤੇ ਪਰ ਜਿਹੜੇ ਹਿਸਾਬ ਨਾਲ ਇਹ ਬੜਾ ਠੰਡੇ ਜਿਹੇ ਬਸਤੇ 'ਚ ਪਾਇਆ ਗਿਆ ਮਾਮਲਾ ਹੈ ਉਹਦੇ ਤੋਂ ਬੜੀ ਦਿੱਕਤ ਮਹਿਸੂਸ ਹੁੰਦੀ ਹੈ ਕਿ ਆਫਟਰ ਆਲ ਇਹ ਮਰਦ ਹੋਮ ਮੇ ਕਹੀ ਜਾ ਸਕਦੀ ਹੈ ਸਾਡੀਆਂ ਜਥੇਬੰਦੀਆਂ ਦੀ ਕਿ ਜੇ ਕੋਈ ਔਰਤ ਅੱਗੇ ਆ ਗਈ, ਜੇ ਉਹ ਛੁਡਵਾ ਲਈ ਗਈ, ਉਹਨੂੰ ਬਾਹਰ ਕਰਵਾ ਲਿਆ ਗਿਆ ਤੇ ਕੱਲ ਨੂੰ ਆ ਕੇ ਕਿਤੇ ਉਹ ਲੀਡਰਸ਼ਿਪ ਦੇ ਵਿੱਚ ਆਪਣਾ ਮੁਕਾਮ ਨਾ ਹਾਸਲ ਕਰਨ, ਬਿਲਕੁਲ ਵੀ ਲੋਕ ਉਹਨੂੰ ਕਿਤੇ ਹੀਰੋ ਨਾ ਬਣਾ ਦੇ। ਤਾਂ ਮੈਨੂੰ ਲੱਗਦਾ ਹੈ ਕਿ ਸਾਡੀਆਂ ਜਥੇਬੰਦੀਆਂ ਨੂੰ ਇਸ ਬਾਰੇ ਕੁਛ ਨਾ ਕੁਛ ਸਮਝਣ ਦੀ ਜ਼ਰੂਰਤ ਹੈ ਤੇ ਮੈਂ ਇੱਥੇ ਉਹਨਾਂ ਨੂੰ ਅਪੀਲ ਵੀ ਕਰਾਂਗੀ ਕਿ ਜਿਹੜੇ ਬੰਦੇ ਇਸ ਤਰ੍ਹਾਂ ਹੱਕ ਸੱਚ ਲਈ ਡਟਣ ਵਾਲੇ ਹੁੰਦੇ ਆ, ਚਾਹੇ ਉਹ ਮਰਦ ਹੈ ਚਾਹੇ ਉਹ ਔਰਤ ਹੈ, ਉਹਨਾਂ ਨੂੰ ਕਦੇ ਵੀ ਆਪਣੇ ਆਪ ਵਾਸਤੇ ਕੋਈ ਹੀਰੋਸ਼ਿਪ ਦੀ ਲੋੜ ਨਹੀਂ ਹੁੰਦੀ। ਬਿਲਕੁਲ ਉਹ ਤਾਂ ਸਿਰਫ ਹੱਕਾਂ ਤੇ ਅਧਿਕਾਰਾਂ ਲਈ ਡਟਣਾ ਜਾਣਦੇ ਨੇ, ਲੜਨਾ ਮਰਨਾ ਜਾਣਦੇ ਨੇ ਤੇ ਉਹ ਕਦੇ ਵੀ ਇਹੋ ਜਿਹੀਆਂ ਅਹੁਦੇਦਾਰੀਆਂ ਦੇ ਵਿੱਚ ਨਹੀਂ ਪੈਂਦੇ। ਸੋ ਸਾਡੀਆਂ ਜਥੇਬੰਦੀਆਂ ਨੂੰ ਇਸ ਵੇਲੇ ਬੜਾ ਹੀ ਸੋਚਣ ਵਿਚਾਰਨ ਦੀ ਗੱਲ ਹੈ ਤੇ ਬੜਾ ਹੀ ਗੈਰ ਗੰਭੀਰ ਮੁੱਦਾ ਹੈ ਸਾਡੇ ਵਾਸਤੇ ਕਿ ਸਾਡੇ ਲੋਕ ਇਹਦੇ ਬਾਰੇ ਕੀ ਸੋਚਦੇ ਨੇ ਤੇ ਕਿਵੇਂ ਕਰਦੇ। ਬਿਲਕੁਲ ਦਰਸ਼ਕੋ, ਜੇ ਡਾਕਟਰ ਸਾਹਿਬ ਦੀ ਇਸ ਗੱਲ ਨੂੰ ਸੰਖਿਪਤ ਕਰਾਂ ਤਾਂ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਲੋਕ ਹੇਤੂ ਹੁੰਦਾ ਹੈ ਨਾ, ਲੋਕਾਂ ਦੇ ਹੱਕਾਂ ਲਈ ਜੀਣ ਮਰਨ ਦੀ ਜਿਹੜੀ ਤਾਂਘ ਰੱਖਦਾ ਹੁੰਦਾ, ਇੱਛਾ ਰੱਖਦਾ ਹੁੰਦਾ, ਉਹਨੂੰ ਕਿਸੇ ਕ੍ਰੈਡੀਬਿਲਿਟੀ ਦੀ ਕੋਈ ਖੁਆਇਸ਼ ਬਾਕੀ ਨਹੀਂ ਹੁੰਦੀ ਹੈ ਨਾ, ਵੀ ਮੈਂ ਹੀਰੋ ਬਣਾ ਜਾਂ ਕੁਛ ਖਾਸ ਮੇਰਾ ਅਹੁਦਾ ਹੋਵੇ, ਰੁਤਬਾ ਹੋਵੇ, ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਉਹ ਤਾਂ ਸਿਰਫ ਤੇ ਸਿਰਫ ਹਕੂਮਤਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਆਮ ਲੁਕਾਈ ਦੇ ਨਾਲ ਖੜੇ ਹੁੰਦੇ ਨੇ, ਉਹਨਾਂ ਦੇ ਹੱਕਾਂ ਦੀ ਰਾਖੀ ਲਈ ਜੂਝਦੇ ਨੇ, ਅੱਗੇ ਆਉਂਦੇ ਨੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਇਹੋ ਜਿਹੀਆਂ ਲੜਾਈਆਂ ਲੜੀਆਂ ਜਾਂਦੀਆਂ ਨੇ ਤੇ ਫਿਰ ਉੱਥੇ ਸਿਰ ਧੜ ਦੀ ਬਾਜ਼ੀ ਲਾ ਕੇ ਹੀ ਇਹੋ ਜਿਹੇ ਲੜਾਈਆਂ ਲੜਨ ਦੇ ਲਈ ਮੈਦਾਨ ਦੇ ਵਿੱਚ ਉਤਰਿਆ ਜਾਂਦਾ ਹੈ। ਤੇ ਜੇ ਕਹੀਏ ਨਾ ਵੀ ਸੀਸ ਨੂੰ ਆਪਣੀ ਤਲੀ ਦੇ ਉੱਪਰ ਰੱਖ ਕੇ ਅਸੀਂ ਮੈਦਾਨੇ ਜੰਗ ਦੇ ਵਿੱਚ ਕੁੱਦਦੇ ਹਾਂ ਤੇ ਫਿਰ ਅੱਗੇ ਪਤਾ ਵੀ ਹੁੰਦਾ ਹੈ ਕਿ ਜਿਵੇਂ ਉਹ ਸਰਤਾਜ ਦੀਆਂ ਗਾਣੇ ਦੀਆਂ ਕੁਝ ਲਾਈਨਾਂ ਸੀ ਕਿ ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਤੇ ਫਿਰ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਸੋ ਉਹ ਆਮ ਨਹੀਂ ਹੁੰਦੇਗੇ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ ਅੱਗੋਂ ਗੋਲੀ ਵੀ ਚੱਲ ਜਾਣੀ ਹੈ, ਅੱਗੋਂ ਹਕੂਮਤ ਦਾ ਤਸ਼ੱਦਦ ਵੀ ਹੈ, ਪੁਲਿਸ ਨੇ ਅਰੈਸਟ ਵੀ ਕਰ ਲੈਣਾ, ਜੇਲ੍ਹਾਂ 'ਚ ਵੀ ਜਾਣਾ ਪੈਣਾ, ਚੱਕੀਆਂ ਪੀਸਣੀਆਂ ਪੈਣੀਆਂ। ਹੋਰ ਉੱਥੇ ਜਿਵੇਂ ਹੁਣ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਜਿਹੜੀ ਸਾਡੀ ਭੈਣ, ਛੋਟੀ ਭੈਣ ਨੌਦੀਪ ਹੈ, ਉਹ ਮਜ਼ਦੂਰਾਂ ਦੀ, ਕਿਸਾਨਾਂ ਦੀ ਜਿਹੜੇ ਹੱਕ ਦੀ ਆਵਾਜ਼ ਬੁਲੰਦ ਕਰ ਰਹੀ ਸੀਗੀ, ਉਸ ਆਵਾਜ਼ ਦਾ ਦਮਨ ਕਰਨ ਵਾਸਤੇ, ਕਿਉਂ ਹਕੂਮਤਾਂ ਕਰਦੀਆਂ ਹੀ ਹੁੰਦੀਆਂ ਨੇ, ਉਹਨਾਂ ਨੇ ਕਰਨਾ ਹੀ ਹੁੰਦਾ। ਜਦੋਂ ਹੱਕ ਦੇ ਸੱਚ ਦੇ ਹੱਕ ਦੇ ਵਿੱਚ ਆਵਾਜ਼ ਕੋਈ ਵੀ ਉੱਠਦੀ ਹੈ ਨਾ ਤਾਂ ਫਿਰ ਉਸ ਆਵਾਜ਼ ਨੂੰ ਹਮੇਸ਼ਾ ਲਈ
ਦਬਾਉਣ ਦਾ ਯਤਨ ਹੁੰਦਾ ਹੈ। ਤੇ ਜਿਹੜੇ ਇਸ ਤਰ੍ਹਾਂ ਦੇ ਯੋਧੇ ਹੁੰਦੇ ਨੇ ਭੈਣ ਨਵਦੀਪ ਕੌਰ ਵਰਗੇ, ਉਹ ਇਹ ਸੋਚ ਕੇ ਤਾਂ ਨਹੀਂ ਚੱਲਦੇ ਕਿ ਵੀ ਅਸੀਂ ਚੀਚੀ ਨੂੰ ਖੂਨ ਲਾ ਕੇ ਸ਼ਹੀਦਾਂ ਦੀ ਕਤਾਰ ਦੇ ਵਿੱਚ ਖੜੇ ਹੋਣਾ। ਉਹ ਇਹ ਸੋਚ ਕੇ ਚੱਲਦੇ ਨੇ ਉਦੋਂ ਕਿ ਨੰਗੇ ਧੜ ਅਸੀਂ ਜਿਹੜਾ ਹੈਗਾ ਖੰਡੇ ਦੀ ਧਾਰ ਦੇ ਉੱਪਰ ਤੁਰਨਾ ਹੈਗਾ। ਖੰਡੇ ਦੀ ਧਾਰ ਦੇ ਉੱਪਰ, ਤਲਵਾਰ ਦੇ ਉੱਪਰ ਤੁਰਨ ਵਾਲੀ ਹੀ ਗੱਲ ਹੁੰਦੀ ਆ। ਸੋ ਇਹਨਾਂ ਨੇ ਅਪੀਲ ਕੀਤੀ ਡਾਕਟਰ ਸਾਹਿਬ ਨੇ ਜਥੇਬੰਦੀਆਂ ਨੂੰ, ਅਸੀਂ ਵੀ ਅਪੀਲ ਕਰਦੇ ਹਾਂ। ਅੱਜ ਮੈਂ ਇੱਕ ਦੋ ਜਥੇਬੰਦੀਆਂ ਨੂੰ ਵੀ, ਜਿਹੜੇ ਉਹਨਾਂ ਦੇ ਲੀਡਰ ਸੀਗੇ, ਆਲਾ ਲੀਡਰ, ਉਹਨਾਂ ਦੇ ਨਾਲ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਔਰ ਵੌਇਸ ਮੈਸੇਜ ਦੇ ਥਰੂ ਉਹਨਾਂ ਨੂੰ ਕਨਵੇ ਕੀਤਾ ਇਸ ਚੀਜ਼ ਲਈ ਕਿ ਮੈਸੇਜ ਕਨਵੇ ਕੀਤਾ, ਕਮੈਂਟਸ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਉਸ ਬੱਚੀ ਦੀ ਆਵਾਜ਼ ਉਠਾਓ, ਉਸ ਨੂੰ ਜਿਹੜਾ ਬਾਹਰ ਲੈ ਕੇ ਆਉਣ ਦੀ ਕੋਸ਼ਿਸ਼ ਕਰੋ। ਸੁਣਿਆ ਹੈ ਕਿ ਉਹ 'ਤੇ ਕਾਫੀ ਸੰਗੀਨ ਧਾਰਾਵਾਂ ਜਿਹੜੀਆਂ ਲਾ ਦਿੱਤੀਆਂ ਗਈਆਂ ਨੇ, ਜਿਹੜਾ ਕੋਈ ਤੁਕ ਨਹੀਂ ਬਣਦੀ ਹੈ, ਕੋਈ ਇਸ ਤਰ੍ਹਾਂ ਦਾ ਉਹਨੇ ਕੋਈ ਜਿਹੜਾ ਕ੍ਰਾਈਮ ਨਹੀਂ ਕੀਤਾ, ਬਾਵਜੂਦ ਵੀ ਉਹਨੂੰ ਸਜ਼ਾ ਯਾਫਤਾ ਜਿਹੜਾ ਗਿਣਿਆ ਜਾ ਰਿਹਾ। ਕਿਉਂ ਤੇ ਅਜਿਹਾ ਕਿਉਂ ਹੋ ਰਿਹਾ? ਸੋ ਜਥੇਬੰਦੀਆਂ ਨੂੰ ਵਾਰ-ਵਾਰ ਅਪੀਲ ਹੈ, ਜਥੇਬੰਦੀਆਂ ਦੇ ਲੀਡਰ ਜਿਹੜੇ ਹੈਗੇ ਨੇ ਉਹ ਸਾਰੇ ਭਿੰਨ ਭੇਦ ਤੋਂ ਉੱਪਰ ਉੱਠਣ। ਸਾਨੂੰ ਜਦੋਂ ਅਸੀਂ ਇਹੋ ਜਿਹੇ ਰਾਹਾਂ 'ਤੇ ਤੁਰਦੇ ਹਾਂ ਤਾਂ ਫਿਰ ਲਿੰਗ ਭੇਦ ਜਿਹੜੇ ਹੋਏ, ਲਿੰਗ ਭੇਦ ਹੀ ਨਹੀਂ, ਹਰ ਤਰ੍ਹਾਂ ਦੇ ਭੇਦ, ਜਾਤੀ ਭੇਦ, ਕੌਮੀ ਭੇਦ, ਮਜ਼ਹਬ ਦੇ ਭੇਦ, ਇਹ ਸਾਰੇ ਭੇਦ ਸਾਨੂੰ ਮਿਟਾ ਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਣਾ ਪਏਗਾ। ਉਹ ਪਲੇਟਫਾਰਮ ਹੈ ਜੁਝਾਰੂ ਪਲੇਟਫਾਰਮ, ਜੁਝਾਰੂਆਂ ਦਾ ਪਲੇਟਫਾਰਮ, ਅੰਦੋਲਨਕਾਰੀਆਂ ਦਾ ਪਲੇਟਫਾਰਮ। ਅਸੀਂ ਹੁਣ ਅੰਦੋਲਨਕਾਰੀ ਹਾਂ, ਅਸੀਂ ਕੋਈ ਕਿਸੇ ਖਾਸ ਖਿੱਤੇ, ਮਜ਼ਹਬ, ਧਰਮ ਦੇ ਨਹੀਂ ਹਾਂ, ਅਸੀਂ ਸਿਰਫ ਤੇ ਸਿਰਫ ਹਾਂ ਹੱਕਾਂ ਦੀ ਲੜਾਈ ਲੜਨ ਵਾਲੇ ਜੁਝਾਰੂ। ਸੋ ਡਾਕਟਰ ਸਾਹਿਬ, ਇਹ ਤਾਂ ਸੀ ਨਵਦੀਪ ਕੌਰ ਦੀ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਆਪਾਂ ਨੂੰ ਰੋਜ਼ ਫੋਨ 'ਤੇ ਸੁਨੇਹੇ ਮਿਲ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਬੱਚੇ ਜਿਹੜੇ ਹੈਗੇ ਆ, ਜਿਹੜੇ ਅਜੇ ਨਾਬਾਲਗ ਵੀ ਨੇ ਔਰ ਉਹ ਪਤਾ ਨਹੀਂ ਲੱਗ ਰਿਹਾ ਮਾਵਾਂ ਨੂੰ, ਰੋਂਦੀਆਂ ਨੇ, ਅੱਖਾਂ ਦੇ ਜਿਹੜੇ ਹੰਝੂ ਆ ਉਹ ਸਮੁੰਦਰ ਬਣ, ਦਰਿਆਵਾਂ ਦੇ ਵਹਿਣ ਬਣ ਤੁਰ ਰਹੇ ਨੇ ਕਿ ਉਹਨਾਂ ਦੇ ਬੱਚੇ ਪਤਾ ਨਹੀਂ ਕਿੱਥੇ ਆ, ਕਿਸ ਹਾਲਤ 'ਚ ਨੇ। ਔਰ ਉਹ ਇਹ ਵੀ ਸਾਨੂੰ ਪੁੱਛ ਰਹੇ ਨੇ ਕਿ ਤੁਸੀਂ ਸਾਨੂੰ ਜੀ ਇਸ ਚੀਜ਼ ਦਾ ਪਤਾ ਕਰਕੇ ਦਿਓ, ਸਾਡੇ ਬੱਚੇ ਹੈ ਕਿੱਥੇ ਨੇ। ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ, ਜਿਹੜੇ ਆਗੂ ਨੇ, ਲੀਡਰ ਨੇ, ਉਹ ਕੀ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ? ਉਹ ਕੋਈ ਕਾਰਵਾਈ ਕਰ ਰਹੇ ਨੇ ਜਾਂ ਨਹੀਂ ਕਰ ਰਹੇ? ਇਹਦੇ ਬਾਰੇ ਪਤਾ ਲੱਗਿਆ ਕਿ ਕਿਉਂਕਿ ਆਪਾਂ ਤਾਂ ਆ ਗਏ ਹੋਏ ਹਾਂ ਕਿ ਉਸ ਤੋਂ ਬਾਅਦ ਦੀਆਂ ਗੱਲਾਂ ਜੋ ਹੈਗੀਆਂ ਨੇ ਉਹ ਭਿਣਕ ਪੈ ਰਹੀ ਹੈ ਭਰੋਸੇਯੋਗ ਸੂਤਰਾਂ ਤੋਂ ਕਿ ਜਿਹੜੇ ਵਕੀਲਾਂ ਦੇ ਹੈਗੇ ਨੇ, ਉਹਨਾਂ ਨੇ ਕਾਫਲੇ ਇੱਕ ਤਰ੍ਹਾਂ ਨਾਲ ਕਹਿ ਸਕਦੇ, ਕਿਉਂਕਿ ਕਈ ਵਕੀਲ ਜੁਟੇ ਹੋਏ ਨੇ ਤੇ ਉਹ ਜਥੇਬੰਦੀਆਂ ਵੱਲੋਂ ਵੀ ਤਿਆਰ ਨੇ ਤੇ ਆਪਣੇ ਤੌਰ ਤੇ ਵੀ ਕੁਝ ਵਕੀਲ ਅੱਗੇ ਆਏ ਨੇ, ਜਿਹਦੇ ਵਿੱਚ ਸੁਪਰੀਮ ਕੋਰਟ ਦੇ ਵਕੀਲ ਵੀ ਨੇ, ਹਾਈ ਕੋਰਟ ਦੇ ਵਕੀਲ ਵੀ ਨੇ ਤੇ ਕੁਝ ਹੋਰ ਵਕੀਲ ਵੀ ਹੈਗੇ ਨੇ। ਤਾਂ ਇਸ ਤਰ੍ਹਾਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਔਰ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ 24 ਲੋਕ ਹੈਗੇ ਨੇ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦਾ ਲਾਪਤਾ ਹੋਣ ਦਾ ਅਜੇ ਕੁਝ ਸੁਰਾਗ ਨਹੀਂ ਮਿਲ ਰਿਹਾ, ਕਿ ਲਾਪਤਾ ਨੇ, ਪਤਾ ਨਹੀਂ ਉਹ ਕਿੱਥੇ ਨੇ ਵਿਚਾਰੇ, ਕਿੱਥੇ ਨਹੀਂ। ਤਾਂ ਉਹਨਾਂ ਦੇ ਵਿੱਚ ਬਜ਼ੁਰਗ ਵੀ ਹੈਗੇ ਨੇ ਤੇ ਬੱਚੇ ਵੀ ਹੈਗੇ ਨੇ, ਨੌਜਵਾਨ ਵੀ ਹੈਗੇ ਨੇ। ਸੋ ਉਹ ਵਕੀਲ ਤੇ ਹੋਰ ਜਥੇਬੰਦੀਆਂ ਜਿਹੜੇ ਸਵੈ ਸੇਵੀ ਜਥੇਬੰਦੀਆਂ ਨੇ, ਉਹਨਾਂ ਦੇ ਆਗੂ ਵੀ ਲੱਗੇ ਹੋਏ ਨੇ। ਸੋ ਇਸ ਮਾਮਲੇ ਦੇ ਵਿੱਚ ਥੋੜੀ ਜਿਹੀ ਸਾਨੂੰ ਸੰਤੁਸ਼ਟੀ ਹੈ ਕਿ ਜਥੇਬੰਦੀਆਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਲੱਭਣ ਦਾ ਤੇ ਉਹਨਾਂ ਦੇ ਕੇਸ ਲੜਨ ਦਾ ਤੇ ਉਹਨਾਂ ਨੂੰ ਰਿਹਾ ਕਰਾਉਣ ਦਾ। 3 ਲੜਕੇ ਕੱਲ ਰਾਤੀ ਰਿਹਾ ਹੋਏ ਵੀ ਦੱਸੇ ਜਾਂਦੇ ਆ ਤਿਹਾੜ ਜੇਲ੍ਹ ਦੇ ਵਿੱਚੋਂ। ਸੋ ਇਸ ਪਾਸੇ ਥੋੜੀ ਜਿਹੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਉਹਨਾਂ ਵਾਸਤੇ ਕੁਛ ਨਾ ਕੁਛ ਕੀਤਾ ਜਾ ਰਿਹਾ। ਸੋ ਡਾਕਟਰ ਸਾਹਿਬ, ਜੇ ਹਕੂਮਤ ਦਾ ਮੈਂ ਸੰਧੀ ਵਿਛੇਦ ਕਰਾਂ, ਮੈਂ ਆਪਣੇ ਤੌਰ ਤੇ ਆਪਣੇ ਇੱਕ ਜਿਹੜਾ ਮੇਰਾ ਓਪੀਨੀਅਨ ਆ ਉਹ ਬੋਲ ਰਿਹਾ, ਉਹ ਇਹ ਕਿ ਹਕੂਮਤ ਦਾ ਜੇ ਆਪਾਂ ਅਰਥ ਕੱਢੀਏ, ਹਕੂ ਪਲਸ ਮਤ, ਵੀ ਹੱਕ ਮੇਟ ਜੇ ਕਹਿ ਦਈਏ ਤਾਂ ਹਕੂਮਤ ਨੂੰ ਹੱਕ ਮੇਟ ਕਹਿ ਦਈਏ, ਆਮ ਪਬਲਿਕ ਦੇ ਹੱਕ ਮਟਾਉਣ ਵਾਲੀ ਇੱਕ ਧਿਰ, ਇੱਕ ਸੰਸਥਾ। ਪਰ ਦਰਸ਼ਕੋ, ਅਸੀਂ ਦੇਖਿਆ ਹੈ ਕਿ ਸਰਕਾਰਾਂ ਹਮੇਸ਼ਾ ਜ਼ਾਲਮ ਕਿਸਮ ਦੀਆਂ ਹੁੰਦੀਆਂ ਨੇ, ਕਹਿਣਾ ਪਏਗਾ, ਕਿਉਂਕਿ ਜਿਸ ਤਰੀਕੇ ਦੇ ਜ਼ੁਲਮ ਹੁਣ ਢਾਏ ਜਾ ਰਹੇ ਨੇ ਆਪਣੇ ਹੀ ਨਾਗਰਿਕਾਂ ਤੇ, ਆਪਣੇ ਹੀ ਬਛਿੰਦਿਆਂ ਤੇ ਔਰ ਆਪਣੇ ਹੀ ਖਾਸ ਕਰ ਵੋਟਰਾਂ ਤੇ, ਜਿਨ੍ਹਾਂ ਦਾ ਮਤ ਲੈ ਕੇ, ਜਿਨ੍ਹਾਂ ਦਾ ਵੋਟ ਲੈ ਕੇ ਉਹ ਸੱਤਾ ਦੇ ਵਿੱਚ ਆਉਂਦੀਆਂ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਦੀ ਤੋਹੀਨ ਕੀਤੀ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ। ਤੁਸੀਂ ਦੇਖਿਆ ਕਿ ਜਦੋਂ ਹੁਣ ਇਜਲਾਸ ਹੋਇਆ ਸੰਸਦ ਦੇ ਵਿੱਚ ਤੇ
ਭਾਰਤ ਦੇ ਪ੍ਰਾਈਮ ਮਿਨਿਸਟਰ PM ਮੋਦੀ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਹੈਗਾ ਇਹਨਾਂ ਅੰਦੋਲਨਕਾਰੀਆਂ ਦੀ ਤੋਹੀਨ ਕੀਤੀ ਹੈ, ਇੱਕ ਤਰ੍ਹਾਂ ਨਾਲ ਕਹਿ ਸਕਦੇ ਕਿ ਗਾਲਾਂ ਹੀ ਕੱਢੀਆਂ। ਔਰ ਜਿਸ ਮੁਕਾਮ ਤੇ ਉਹ ਬੈਠੇ ਨੇ, ਜਿਸ ਅਹੁਦੇ ਤੇ ਉਹ ਬੈਠੇ ਨੇ, ਬਰਾਜਮਾਨ ਨੇ, ਮੇਰਾ ਨਹੀਂ ਖਿਆਲ ਕਿ ਉਹਨਾਂ ਨੂੰ ਅਜਿਹੀ ਭਾਸ਼ਾ ਵਰਤਣੀ ਚਾਹੀਦੀ ਸੀਗੀ। ਉਹ ਵੀ ਸੰਸਦ ਦੇ ਵਿੱਚ ਖੜੇ ਹੋ ਕੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਤੀਰਥ ਸਥਾਨ ਵਜੋਂ ਜਿਹੜਾ ਜਾਣਿਆ ਜਾਂਦਾ ਪਾਰਲੀਮੈਂਟ, ਜਿਹਦੇ ਤੇ ਪੂਰੇ ਸੰਸਾਰ ਦੀਆਂ ਨਜ਼ਰਾਂ ਗੱਡੀਆਂ ਹੁੰਦੀਆਂ ਨੇ। ਔਰ ਖਾਸ ਕਰ ਜਦੋਂ ਇੱਕ ਦੇਸ਼ ਨੂੰ ਰੀਪ੍ਰਜੈਂਟ ਕਰਨ ਵਾਲਾ PM ਹੋਵੇ ਤੇ ਉਹ ਇਸ ਤਰ੍ਹਾਂ ਦੇ ਆਪਣੇ ਨਾਗਰਿਕਾਂ ਪ੍ਰਤੀ ਜਿਹੜੀ ਭਾਸ਼ਾ ਵਰਤੇ ਔਰ ਜਿਹੜੀ ਸੱਭਿਆ ਨਾ ਹੋਵੇ, ਸੋ ਉਹ ਉਸ ਵੇਲੇ ਇੱਕ ਕਹਿ ਸਕਦੇ ਕਿ ਮਨਾਂ ਨੂੰ ਠੇਸ ਬੜੀ ਪਹੁੰਚਦੀ ਹੈ। ਸੋ PM ਨੂੰ ਨਹੀਂ ਚਾਹੀਦਾ ਸੀਗਾ ਅਜਿਹੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਸੰਬੋਧਨ ਕਰਨਾ, ਗਾਲਾਂ ਕੱਢਣੀਆਂ। ਤੁਸੀਂ ਇਸ ਸਾਰੇ ਨੂੰ ਕਿਸ ਨਜ਼ਰੀਏ ਤੋਂ ਦੇਖੋ ਪਰਮਵੀਰ, ਕਹਿਣ ਨੂੰ ਬਹੁਤੇ ਲੋਕ ਇਹ ਵੀ ਕਹਿੰਦੇ ਆ ਕਿ ਸਿੱਖਾਂ ਨੂੰ ਉਹਨਾਂ ਨੇ ਬਹੁਤ ਉਹਨਾਂ ਦੀ ਬਹਾਦਰੀ ਦੇ ਗੁਣ ਗਾਏ, ਪਰ ਜਿੱਥੋਂ ਤੱਕ ਮੇਰਾ ਓਪੀਨੀਅਨ ਹੈ, ਮੈਨੂੰ ਲੱਗਦਾ ਹੈ ਕਿ ਸਿੱਖਾਂ ਦੇ ਗੁਣ ਗਾਨ ਕਰਨ ਨਾਲੋਂ ਸਿੱਖਾਂ ਨੂੰ ਇੱਕ ਧਮਕੀ ਜ਼ਰੂਰ ਦਿੱਤੀ ਉਹਨਾਂ ਨੇ, ਕਿਉਂਕਿ ਸਿੱਖਾਂ ਦੇ ਨਾਲ ਜੋ ਵਾਪਰਿਆ 47 ਦੇ ਵਿੱਚ 84 ਦੇ ਵਿੱਚ, ਉਹਦੀ ਉਹਨਾਂ ਨੂੰ ਇੱਕ ਗੱਲ ਕੀਤੀ ਜਿਹੜੀ ਕਿ ਉਹਨਾਂ ਦੇ ਮੂੰਹੋਂ ਸ਼ੋਭਾ ਨਹੀਂ ਸੀ ਦਿੰਦੀ। 47 ਦੇ ਜਿਹੜੇ ਵੰਡ ਹੋਈ ਉਹਦੇ ਵਿੱਚ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਵੇਲੇ ਦੰਗੇ ਹੋਏ, ਕਿਉਂਕਿ ਦੋ ਧਿਰਾਂ ਨੇ ਆਪਸ ਵਿੱਚ ਕੱਟ ਵੱਢ ਕੀਤੀ, ਜਿਹਦੇ ਵਿੱਚ ਹਿੰਦੂ ਵੀ ਸੀ, ਸਿੱਖ ਵੀ ਸੀ, ਮੁਸਲਮਾਨ ਵੀ ਸੀ। ਪਰ ਜੇ ਹੁਣ ਉਹ 84 ਨੂੰ ਵੀ ਦੰਗੇ ਦੱਸਦੇ ਆ ਤਾਂ ਇਹ ਕਿੱਧਰ ਦੀ ਸੂਰਮਤਾਈ ਆ ਜਾਂ ਕਿੱਧਰ ਦੀ ਸੱਚਾਈ ਆ? ਕਿਉਂਕਿ ਉਸ ਵੇਲੇ ਤਾਂ ਇੱਕ ਨਸਲ ਕੁਸ਼ੀ ਹੋਈ ਸੀ ਸਾਡੀ, ਬਿਲਕੁਲ ਇੱਕ ਖਾਸ ਤਬਕੇ ਦੀ ਨਸਲ ਕੁਸ਼ੀ, ਸਾਨੂੰ ਕਤਲ ਕੀਤਾ ਗਿਆ ਸੀ, ਜਦੋਂ ਕਿ ਸਿੱਖਾਂ ਵਾਲੇ ਪਾਸਿਓਂ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਨਹੀਂ। ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢ ਕੇ ਮਾਰਿਆ ਗਿਆ, ਕੁਨਬਿਆਂ ਦੇ ਕੁਨਬੇ ਖਤਮ ਕਰ ਦਿੱਤੇ ਗਏ। ਤਾਂ ਇਸ ਨੂੰ ਦੰਗੇ ਕਹਿਣਾ ਇੱਕ ਤਰ੍ਹਾਂ ਨਾਲ ਸਿੱਖ ਤਬਕੇ ਦੀ ਤੋਹੀਨ ਹੀ ਕਹੀ ਜਾ ਸਕਦੀ, ਠੀਕ ਹੈ। ਤੇ ਇਸ ਦੇ ਨਾਲ ਮੈਨੂੰ ਲੱਗਦਾ ਹੈ ਕਿ ਇਹ ਕਿਤੇ ਧਮਕੀ ਤਾਂ ਨਹੀਂ ਹੈਗੀ ਕਿ 47 ਦੇ ਵਿੱਚ ਤੁਹਾਡੇ ਨਾਲ ਕੁਝ ਵਾਪਰਿਆ ਸੀ, 84 ਦੇ ਵਿੱਚ ਤੁਹਾਡੇ ਨਾਲ ਵਾਪਰਿਆ ਸੀ, ਤੇ ਹੁਣ ਅੱਗੋਂ ਆ ਕੁਝ ਹੋਰ ਵੀ ਵਾਪਰ ਸਕਦਾ। ਅਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ, ਅਸਿੱਧੇ ਤੌਰ ਤੇ ਮੈਨੂੰ ਡਰ ਲੱਗਦਾ ਕਿ ਕਿਤੇ ਇਹ ਸਾਡੇ ਲਈ ਧਮਕੀ ਤਾਂ ਨਹੀਂ ਆ ਰਹੀ। ਤੇ ਇੱਕ ਹੋਰ ਗੱਲ ਪਰਮਵੀਰ, ਇੱਥੇ ਮੈਨੂੰ ਕਹਿੰਦਿਆਂ ਝਿਜਕ ਨਹੀਂ ਹੈਗੀ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਪ੍ਰਧਾਨ ਮੰਤਰੀ ਦੇ ਅਥਰੂ ਨਿਕਲਦੇ, ਜਿਵੇਂ ਕੱਲ ਨਿਕਲੇ, ਤੇ ਜਦੋਂ ਵੀ ਕਹਿੰਦੇ ਪ੍ਰਧਾਨ ਮੰਤਰੀ ਦੇ ਅਥਰੂ ਨਿਕਲਦੇ, ਉਸ ਤੋਂ ਬਾਅਦ ਕੋਈ ਨਾ ਕੋਈ ਵੱਡੀ ਵਾਰਦਾਤ ਹੁੰਦੀ, ਭਾਵੇਂ ਕੋ ਮਗਰਮੱਛ ਦੇ ਅਥਰੂ ਹੀ ਹੋਣ, ਪਰ ਉਹਦੇ ਪਿੱਛੇ ਕਹਿੰਦੇ ਉਸ ਤੋਂ ਬਾਅਦ ਕੋਈ ਨਾ ਕੋਈ ਵੱਡੀ ਵਾਰਦਾਤ ਹੁੰਦੀ ਹੈ। ਤੇ ਇੱਕ ਦੋ ਚੈਨਲਾਂ ਨੇ ਦਿਖਾਇਆ ਵੀ ਹੈ। ਸੋ ਮੈਨੂੰ ਡਰ ਲੱਗਦਾ ਕਿ ਕਿਤੇ ਜਿਵੇਂ ਹੁਣ ਅੱਜ whip ਜਾਰੀ ਕਰਕੇ ਸਾਰੇ ਭਾਜਪਾਈਆਂ ਨੂੰ, ਉੱਥੇ ਮੈਂਬਰਾਂ ਨੂੰ ਆਉਣ ਦੀ ਅਪੀਲ ਕੀਤੀ ਗਈ ਹੈ, ਕੋਈ ਵੱਡਾ ਕਾਰਾ ਤਾਂ ਨਹੀਂ ਵਰਤਣ ਵਾਲਾ। ਤਾਂ ਇਸ ਜਿਹੜੀ ਚੀਜ਼ ਕੋਈ ਤੁਹਾਡੇ ਖਦਸ਼ਾ ਕਿ ਫਿਰ ਕੋਈ ਨਵਾਂ ਬਿੱਲ ਲਿਆ ਸਕਦੇ ਆ, ਜਿਵੇਂ ਪਰਾਲੀ ਵਾਲਾ ਬਿੱਲ ਹੈ ਜਾਂ ਬਿਜਲੀ ਵਾਲਾ ਬਿੱਲ ਹੈ, ਜਿਹਦੇ ਵਾਸਤੇ ਜਿਹੜਾ ਤੋਮਰ ਹੈ, ਉਹ ਖੇਤੀਬਾੜੀ ਮੰਤਰੀ, ਉਹ ਕਿਸਾਨ ਜਥੇਬੰਦੀਆਂ ਨੂੰ ਵਾਅਦਾ ਕਰ ਚੁੱਕੇ ਆ ਕਿ ਇਹ ਬਿੱਲ ਨਹੀਂ ਬਣਨਗੇ। ਲੇਕਿਨ ਭਗਵੰਤ ਮਾਨ ਦੇ ਕਹਿਣ ਅਨੁਸਾਰ ਇਹ ਵੀ ਉਹਨਾਂ ਦੇ ਬਿੱਲ ਜਿਹੜੇ ਆ ਉਹ ਲਾਈਨ ਦੇ ਵਿੱਚ ਲੱਗੇ ਹੋਏ ਆ। ਤੇ ਹੋ ਸਕਦਾ ਕਿਤੇ ਅੱਜ ਉਹੀ ਤਾਂ ਨਹੀਂ ਬਿੱਲ ਪੇਸ਼ ਕਰਨੇ ਕਿ ਇਹ ਕਾਨੂੰਨ ਬਣਾ ਦਿੱਤੇ ਜਾਣ। ਸੋ ਬੜੀ ਤਰ੍ਹਾਂ ਦੇ ਤੌਖਲੇ ਜਿਹੜੇ ਆ ਇਸ ਵੇਲੇ ਖੜੇ ਹੋਏ ਨੇ। ਬਿਲਕੁਲ ਸ਼ੰਕਾਵਾਂ ਦੇ ਘੇਰੇ ਦੇ ਵਿੱਚ ਅਸੀਂ ਕਦੇ ਵੀ ਉਸ ਪ੍ਰਾਈਮ ਮਿਨਿਸਟਰ ਤੇ ਯਕੀਨ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਵਿਸ਼ਵਾਸ ਖੋ ਦਿੱਤਾ ਪੂਰਨ ਤੌਰ ਤੇ। ਮੋਦੀ ਜੀ, ਤੁਸੀਂ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਆਪਣੀ ਪ੍ਰਜਾ ਦਾ ਖੋ ਦਿੱਤਾ। ਈਵਨ ਕਿ ਤੁਹਾਨੂੰ ਚਾਹੀਦਾ ਸੀਗਾ ਕਿ ਤੁਸੀਂ ਆਪਣੇ ਲੋਕਾਂ ਦੇ ਵਿੱਚ ਆਪਣਾ ਵਿਸ਼ਵਾਸ ਜਿਹੜਾ ਸੀਗਾ ਉਹ ਪਰਪੱਕ ਕਰਦੇ। ਅੱਜ ਤੁਹਾਨੂੰ ਜੁਮਲੇਬਾਜ਼ੀ ਦੀ ਸਰਕਾਰ ਵਜੋਂ ਜਾਣਿਆ ਜਾਂਦਾ। ਅੱਜ ਹਰ ਸ਼ਖਸ ਦੇ ਮੂੰਹ ਤੇ ਕਿ ਇੱਕ ਬੱਚਾ ਵੀ ਤੁਹਾਨੂੰ ਅੱਜ ਝੂਠਾ PM ਲਾਇਰ ਜਿਹੜਾ PM ਕਹਿ ਕੇ ਉਹ ਸੰਬੋਧਨ ਕਰਦਾ। ਉਹਨਾਂ ਨੇ ਕੱਲ ਜਿਹੜੀ ਭਾਸ਼ਾ ਵਰਤੀ ਹੈ ਉਹਦੇ ਵਿੱਚ ਉਹਨਾਂ ਨੇ ਅੰਦੋਲਨ ਜੀਵੀ, ਪਰਜੀਵੀ, ਇਸ ਤਰ੍ਹਾਂ ਦੇ ਸ਼ਬਦ ਜਿਹੜੇ ਵਰਤੇ ਹੈ, ਉਹ ਆਪਣੀ ਹੀ ਪ੍ਰਜਾ ਦੀ ਵੱਧ ਤੋਂ ਵੱਧ ਤੋਹੀਨ ਕਰਨ ਵਾਲੇ ਸ਼ਬਦ ਹੈ। ਤੇ ਕਿਹਾ ਗਿਆ ਕਿ ਹਿਟਲਰ ਦੇ ਸ਼ਬਦ ਨੇ ਜਿਹੜੇ 1920 ਦੇ ਵਿੱਚ ਹਿਟਲਰ ਨੇ ਵਰਤੇ ਸੀ। ਇੱਕ ਚੈਨਲ ਵਾਲਿਆਂ ਨੇ ਉਹ ਦਿਖਾਇਆ ਵੀ ਹੈ ਖਬਰ ਕਿ ਉਹਨੇ ਅੰਦੋਲਨ ਜੀਵੀ ਕਿਹਾ ਸੀ। ਮੈਨੂੰ ਸਮਝ ਨਹੀਂ ਆਉਂਦੀ ਵੀ ਕੌਣ ਬੰਦਾ ਹੈ ਜਾਂ ਕਿਹੜੀ ਟੀਮ ਹੈ ਜਿਹੜੀ ਇਸ ਤਰ੍ਹਾਂ ਦੇ ਭਾਸ਼ਣ ਤਿਆਰ ਕਰਕੇ ਮੋਦੀ ਸਾਹਿਬ ਨੂੰ ਦੇ ਰਹੀ ਹੈ। ਤੇ ਮੋਦੀ ਜਿਹੜਾ ਹੈਗਾ ਉਹ ਉਸ ਨੂੰ ਉਸੇ ਤਰ੍ਹਾਂ ਨਾਲ ਬਿਨਾਂ ਸੋਚੇ ਸਮਝੇ ਪੇਸ਼ ਕਰ ਰਿਹਾ ਹੈ। ਤੇ ਇਹ ਜਿਹੜਾ ਹਿਟਲਰਵਾਦੀ ਰਵੱਈਆ ਹੈ, ਫਾਸ਼ੀਵਾਦੀ ਰਵੱਈਆ ਹੈ, ਇਹ ਇਸ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਸਾਡੇ ਵਾਸਤੇ ਸਹੀ ਨਹੀਂ ਹੈ। ਖਾਸ ਕਰਕੇ ਅੱਜ ਦੇ ਦੌਰ ਦੇ ਵਿੱਚ
ਜਦੋਂ ਕਿ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਜ਼ਿਆਦਾ ਲੋੜ ਹੈ, ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਿਆਦਾ ਲੋੜ ਹੈ। ਜਿਨ੍ਹਾਂ ਲੋਕਾਂ ਦੇ ਸਿਰ ਤੋਂ ਤੁਸੀਂ ਇਸ ਕੁਰਸੀ ਤੇ ਪਹੁੰਚੇ ਹੋ, ਉਹਨਾਂ ਹੀ ਲੋਕਾਂ ਤੇ ਤੁਸੀਂ ਦਮਨਕਾਰੀ ਨੀਤੀਆਂ ਅਪਣਾ ਰਹੇ ਹੋ, ਉਹਨਾਂ ਹੀ ਲੋਕਾਂ ਨੂੰ ਤੁਸੀਂ ਕਿੱਲਾਂ ਠੋਕ ਠੋਕ ਕੇ ਇੱਕ ਤਰ੍ਹਾਂ ਨਾਲ ਕਿਲ੍ਹੇਬੰਦੀ 'ਚ ਬੰਦ ਕਰ ਰਹੇ ਹੋ। ਬਿਲਕੁਲ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਪਰਮਵੀਰ, ਜਿਵੇਂ ਅੱਜ ਕਿਸਾਨਾਂ ਦੀ ਕਿਲ੍ਹੇਬੰਦੀ ਕੀਤੀ ਜਾ ਰਹੀ ਹੈ ਨਾ, ਕੱਲ ਨੂੰ ਸਾਡੇ ਅਨਾਜ ਦੀ ਕਿਲ੍ਹੇਬੰਦੀ ਵੀ ਇਸੇ ਤਰ੍ਹਾਂ ਹੀ ਹੋਵੇ। ਬਿਲਕੁਲ ਬਿਲकुल ਜੇ ਕਾਨੂੰਨ ਪਾਸ ਹੋਵੇ, ਜੀ ਲਾਗੂ ਹੋਵੇ, ਜੀ ਪਾਸ ਤਾਂ ਉਹੀ ਹੋਇਆ, ਬਿਲਕੁਲ ਜੇ ਲਾਗੂ ਹੋਵੇ ਤਾਂ ਸਾਡੇ ਨਾਲ ਇਸ ਤਰ੍ਹਾਂ ਹੀ ਵਰਤੇਗਾ ਕਿ ਸਾਨੂੰ ਅਨਾਜ ਵੀ ਇਹਨਾਂ ਕਿਲ੍ਹੇਬੰਦੀਆਂ ਚੋਂ ਬਹੁਤ ਮੁਸ਼ਕਲ ਨਾਲ ਮਿਲੇਗਾ। ਸੋ ਇਸ ਕਰਕੇ ਅਸੀਂ ਬਾਰ-ਬਾਰ ਇਸ ਮੰਚ ਤੋਂ ਜਿੱਥੇ ਵੀ ਕਦੇ ਸਾਨੂੰ ਕੋਈ ਪਲੇਟਫਾਰਮ ਮਿਲਦਾ ਹੈ, ਅਸੀਂ ਇਹੀ ਬੇਨਤੀ ਕਰਦੇ ਹਾਂ ਹਰ ਤਬਕੇ ਨੂੰ, ਚਾਹੇ ਉਹ ਖੇਤੀਬਾੜੀ ਦੇ ਨਾਲ ਸੰਬੰਧਿਤ ਹੋਵੇ, ਚਾਹੇ ਉਹ ਕਿਸਾਨ ਹੋਵੇ ਜਾਂ ਨਾ ਹੋਵੇ, ਮਜ਼ਦੂਰ ਕਿਸਾਨ ਤੋਂ ਇਲਾਵਾ ਜਿੰਨੇ ਵੀ ਹੋਰ ਕਾਰੋਬਾਰੀ ਜਿਹੜੇ ਸਾਡੇ ਵੀਰ ਹੈਗੇ ਨੇ, ਜਿਨ੍ਹਾਂ ਕੋਈ ਕਾਰੋਬਾਰ ਕਰਦੇ ਨੇ, ਉਹਨਾਂ ਨੂੰ ਪੁਰਜ਼ੋਰ ਅਪੀਲ ਆ, ਹੱਥ ਬੰਨ੍ਹ ਕੇ ਅਪੀਲ ਹੈ ਕਿ ਕਿਰਪਾ ਕਰਕੇ ਤੁਸੀਂ ਘਰਾਂ ਤੋਂ ਬਾਹਰ ਨਿਕਲੋ ਔਰ ਕੋਸ਼ਿਸ਼ ਕਰੋ ਕਿ ਘਰ ਦਾ ਇੱਕ ਮੈਂਬਰ ਜ਼ਰੂਰ ਜਿਹੜਾ ਉੱਥੇ ਹਾਜ਼ਰੀ ਭਰੇ, ਤਾਂ ਕਿ ਇੱਕ ਜਿਹੜੀ ਹੈ ਲੋਕ ਸ਼ਕਤੀ ਹੈ ਉਹ ਉਹਨਾਂ ਨੂੰ ਸ਼ੋ ਅਪ ਹੋ ਸਕੇ। ਅਤੇ ਜਿੱਥੇ ਲੋਕ ਸ਼ਕਤੀ ਵੱਧਦੀ ਜਾਂਦੀ ਹੈ ਨਾ, ਫਿਰ ਸਰਕਾਰਾਂ ਨੂੰ ਹੱਥ ਛੱਡਣੇ ਹੀ ਪੈਂਦੇ ਆ, ਭਾਵੇਂ ਕਿ ਇਹ ਸਰਕਾਰਾਂ ਬਹੁਤ ਜ਼ਿਆਦਾ, ਆਪਾਂ ਹਰ ਵਾਰ ਗੱਲ ਕਰਦੇ ਹਾਂ ਕਿ ਹੱਠੀ ਹੁੰਦੀਆਂ ਨੇ, ਜ਼ਿੱਦੀ ਹੁੰਦੀਆਂ ਨੇ, ਕਿਉਂਕਿ ਉਹਨਾਂ ਕੋਲੇ ਫੋਰਸਾਂ ਹੁੰਦੀਆਂ ਨੇ, ਤਾਕਤ ਹੁੰਦੀ ਆ, ਐਟਮੀ ਤਾਕਤ ਵੀ ਉਹਨਾਂ ਕੋਲੇ, ਹਰ ਤਰ੍ਹਾਂ ਦੀ ਤਾਕਤ ਆ। ਹੁਣ ਸਾਡੇ ਲਈ ਹੋਰ ਮੁਸ਼ਕਲਾਤ ਕਿਵੇਂ ਬਣੀਆਂ ਨੇ, ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ, ਸੈਂਟਰ ਸਰਕਾਰ, ਇਸ ਨੇ ਤਾਂ ਜਿਹੜੀ ਇੱਕ ਸੁਪਰੀਮ ਕੋਰਟ ਹੈ, ਉੱਚ ਨਿਆਂਪਾਲਿਕਾ ਹੈਗੀ ਆ ਸਾਡੀ ਦੇਸ਼ ਦੀ, ਜਿਹਦੇ ਤੋਂ ਹਰ ਨਾਗਰਿਕ ਨੂੰ ਇੱਕ ਭਰੋਸਾ ਹੁੰਦਾ ਸੀਗਾ ਕਿ ਚਲੋ ਇੱਥੇ ਨਹੀਂ ਤਾਂ ਉੱਥੇ ਸਾਨੂੰ ਜਿਹੜਾ ਜ਼ਰੂਰ ਨਿਆਂ ਇੱਕ ਨਾ ਇੱਕ ਦਿਨ ਮਿਲ ਜਾਏਗਾ, ਅਸੀਂ ਜਿਹੜਾ ਹੈਗਾ ਉਹ ਹੱਕਦਾਰ ਆ, ਇਹ ਸਾਬਤ ਹੋ ਹੀ ਜਾਣਾ। ਪਰ ਹੁਣ ਕਿਤੇ ਨਾ ਕਿਤੇ ਸਾਡੀ ਮਾਫ ਕਰਨਾ ਇਹ ਕਹਿਣਾ ਪਏਗਾ ਕਿ ਨਿਆਂਪਾਲਿਕਾ ਜਿਹੜੀ ਆ ਉਹ ਵੀ ਆਪਣਾ ਭਰੋਸਾ ਖੋ ਚੁੱਕੀ ਆ। ਇਹ ਗੱਲ ਲੋਕ ਕਹਿੰਦੇ, ਅਸੀਂ ਨਹੀਂ ਕਹਿੰਦੇ, ਕਿਉਂਕਿ ਹਰ ਬੰਦਾ ਇਹ ਗੱਲ ਕਹਿ ਰਿਹਾ, ਹਰ ਬਸ਼ਰ ਇਹ ਗੱਲ ਕਹਿ ਰਿਹਾ ਕਿ ਭਰੋਸਾ ਨਹੀਂ ਹੈ, ਨਾ ਨਿਆਂਪਾਲਿਕਾ ਤੇ ਭਰੋਸਾ ਰਿਹਾ, ਨਾ ਸਾਨੂੰ PMCM ਤੇ ਭਰੋਸਾ ਰਿਹਾ। ਸੋ ਇਹਨਾਂ ਸਾਰੇ ਅਦਾਰਿਆਂ ਨੂੰ ਆਪਣੇ ਲੋਕਾਂ ਦਾ ਭਰੋਸਾ ਜਿੱਤਣਾ ਪਏਗਾ, ਕਿਉਂਕਿ ਹੁਣ ਲੋਕ ਬਹੁਤ ਜ਼ਿਆਦਾ ਇੱਕ ਪਾਸੇ ਹੋ ਗਏ ਨੇ। ਕਹਿ ਲਓ ਇੱਕ ਪਾਸੇ ਕਹਿ ਲਓ ਕਿ, ਜਾਂ ਇਹ ਕਹਿ ਲਓ ਕਿ ਹਕੂਮਤ ਦੇ ਵਿਰੋਧ ਦੇ ਵਿੱਚ ਖੜੇ ਨੇ, ਉਹਨਾਂ ਕਿਸੇ ਵੀ ਪਾਰਟੀ ਤੇ ਭਰੋਸਾ ਨਹੀਂ ਰਿਹਾ, ਕਿਸੇ ਵੀ ਪਾਰਟੀ ਤੇ ਭਰੋਸਾ ਨਹੀਂ ਰਿਹਾ, ਭਾਵੇਂ ਕਿ ਸਿੱਧੇ ਰੂਪ ਦੇ ਵਿੱਚ ਜਿਹੜੇ ਸਾਡੇ ਸਿਆਸੀ ਲੋਕ ਹੈਗੇ ਨੇ ਉਹ ਘੁਸਪੈਠ ਕਰਨ ਦੀ, ਘੁਸਪੈਠ ਹੀ ਕਹਾਂਗੇ, ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਸਾਡੇ ਜਿਹੜੇ ਕਿਸਾਨੀ ਲੀਡਰ ਨੇ ਨਾ, ਕਿਸਾਨਾਂ ਦੇ, ਉਹ ਬਹੁਤ ਸੂਝਵਾਨ ਨੇ, ਉਹ ਕਾਫੀ ਹੰਡੇ ਵਰਤੇ ਨੇ, ਉਹਨਾਂ ਦੇ ਲੰਬੇ ਤਜਰਬੇ ਨੇ। ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ, 99% ਆਪਾਂ ਕਹਿ ਸਕਦੇ ਹਾਂ ਕਿ ਜੇ ਇਹ ਧੱਕੇ ਨਾਲ ਕੋਈ ਸਿਆਸੀ ਲੀਡਰ ਉੱਥੇ ਘੁਸਪੈਠ ਕਰ ਵੀ ਗਿਆ, ਵੜ ਵੀ ਗਿਆ, ਤੇ ਉਹ ਉਹਨਾਂ ਨੂੰ ਮੰਚ ਤੇ ਨਹੀਂ ਚੜ੍ਹਨ ਦਿੰਦੇ, ਸਟੇਜ ਤੇ ਨਹੀਂ ਚੜ੍ਹਨ ਦਿੰਦੇ, ਮਾਈਕ ਤੇ ਨਹੀਂ ਬੋਲਣ ਦਿੰਦੇ। ਇਹ ਵੀ ਉਹਨਾਂ ਦੀ ਇੱਕ ਜਿੱਤ ਦਾ ਕਹਿ ਸਕਦੇ ਹਾਂ ਕਿ ਬੰਦਾ ਸਾਡੇ ਸਾਹਮਣੇ ਵੱਡੀ ਗੱਲ ਆਉਂਦੀ ਆ। ਸੋ ਆਪਾਂ ਫਿਰ ਮੁੜ ਕੇ ਡਾਕਟਰ ਸਾਹਿਬ ਉੱਥੇ ਆ ਜਾਂਦੇ ਆ ਕਿ ਜਿਹੜੀ ਨੌਦੀਪ ਕੁੜੀ ਆ, ਨੌਦੀਪ, ਇਹਦੇ ਲਈ ਅਸੀਂ ਭਾਰਤ ਦੀ ਹਕੂਮਤ ਨੂੰ ਵੀ ਪੁਰਜ਼ੋਰ ਅਪੀਲ ਕਰਦੇ ਹਾਂ, ਸਰਕਾਰ ਨੂੰ, ਮੋਦੀ ਸਰਕਾਰ ਨੂੰ, ਕਿ ਮੋਦੀ ਜੀ, ਇੱਕ ਪਾਸੇ ਤਾਂ ਤੁਸੀਂ ਨਾਅਰਾ ਦੇ ਰਹੇ ਹੋ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਪਰ ਬੇਟੀਆਂ ਦਾ ਇਸ ਤਰ੍ਹਾਂ ਦੀ ਹਾਲਤ ਕਰਦੇ ਨੇ, ਉਹਨਾਂ ਦਾ ਥਾਣਿਆਂ ਦੇ ਵਿੱਚ ਲਿਜਾ ਕੇ, ਬੇਗੁਨਾਹ ਇੱਕ ਬੇਟੀ ਨੂੰ ਥਾਣੇ ਦੇ ਵਿੱਚ ਲਿਜਾ ਕੇ ਉਸ ਦਾ ਜਿਹੜਾ ਹੈਗਾ ਸਰੀਰਕ ਸ਼ੋਸ਼ਣ ਕਰਨਾ, ਉਸ ਨੂੰ 3rd ਡਿਗਰੀ ਟਾਰਚਰ ਕਰਨਾ, ਇਹ ਕਿੱਧਰ ਦਾ ਨਿਆਂ ਹੈ? ਇਹ ਕੀ ਤੁਹਾਡੇ ਜਿਹੜੇ ਤੁਸੀਂ ਨਾਅਰਾ ਦੇ ਰਹੇ ਹੋ ਬੇਟੀ ਬਚਾਓ ਬੇਟੀ ਪੜ੍ਹਾਓ, ਉਹਦਾ ਜਨਾਜ਼ਾ ਤਾਂ ਨਹੀਂ ਨਿਕਲ ਰਿਹਾ? ਇਹ ਜ਼ਰੂਰ ਸੋਚ ਲਿਓ। ਪਿਛਲੇ ਦਿਨੀ ਸਟੇਜ ਦੇ ਉੱਪਰ ਸੁਣਨ 'ਚ ਆਇਆ ਕਿ ਜਿਹੜੀ ਕਠੂਆ ਕਾਂਡ ਜਿਹੜਾ ਹੋਇਆ ਸੀਗਾ, ਇੱਕ ਆਸਿਫਾ ਨਾਮ ਦੀ ਛੋਟੀ ਬੱਚੀ ਸੀਗੀ, ਜਿਹਨੇ ਪੂਰਾ ਵਰਲਡ ਹਿਲਾ ਕੇ ਰੱਖ ਦਿੱਤਾ ਸੀ। ਇੰਨੇ ਅਤਿਆਚਾਰ ਉਸ ਮਾਸੂਮ ਨਾਲ ਹੋਏ ਸੀਗੇ, ਬੇਗੁਨਾਹ ਨਾਲ। ਉਹਦਾ ਜਿਹੜਾ ਫਾਦਰ ਹੈ ਉਹ ਵੀ ਉਸ ਸਟੇਜ ਤੇ ਸਿੰਘੂ ਬਾਰਡਰ ਤੇ ਆਇਆ ਔਰ ਬੋਲ ਕੇ ਗਿਆ, ਦੱਸਿਆ ਉਹਨੇ ਕਿਸ ਕਿਸ ਤਰੀਕੇ ਦੇ ਨਾਲ ਜਿਹੜੇ ਭਾਜਪਾ ਦੇ ਵੱਡੇ ਲੀਡਰ ਸੀਗੇ, ਆਗੂ ਸੀਗੇ, ਮੰਤਰੀ ਸੀਗੇ, ਉਹਨਾਂ ਦਾ ਪੂਰਾ ਢਿੱਲ ਲੱਗਿਆ ਹੋਇਆ ਸੀਗਾ ਕਿ ਜਿਹੜੇ ਦੋਸ਼ੀ ਨੇ, ਜਿਹੜੇ ਅੱਜ ਜੇਲ੍ਹ ਦੇ ਵਿੱਚ ਨੇ ਹਨਾ, ਉਹਨਾਂ ਨੂੰ ਬਲਾਤਕਾਰੀ, ਉਹਨਾਂ ਨੂੰ ਬਚਾਇਆ ਜਾਵੇ। ਔਰ ਤੁਹਾਨੂੰ ਦਰਸ਼ਕੋ ਇੱਥੇ ਇਹ ਵੀ ਦੱਸ ਦਈਏ ਕਿ ਉਹ ਕਹਿੰਦੇ ਵੀ ਉਹ ਤਿਰੰਗਾ ਝੰਡਾ ਲੈ ਕੇ ਉਹਨਾਂ ਨੇ ਮਾਰਚ ਕੱਢਿਆ ਸੀਗਾ ਬਲਾਤਕਾਰੀਆਂ ਦੇ ਹੱਕ ਦੇ ਵਿੱਚ। ਤੇ ਮੋਦੀ, ਤੁਹਾਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ, ਤੁਸੀਂ ਬੜਾ ਰੋਣਾ ਰੋ ਰਹੇ ਹੋ ਕਿ ਤਿਰੰਗੇ ਦਾ ਅਪਮਾਨ ਹੋਇਆ। ਅਪਮਾਨ ਉੱਥੇ ਤਿਰੰਗੇ ਦਾ ਕੋਈ ਨਹੀਂ ਹੋਇਆ, ਇਹ ਸਾਰਾ ਜੱਗ ਜਾਣਦਾ ਹੈ, ਕਿਉਂਕਿ ਤਿਰੰਗੇ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ। ਵੀ ਤਿਰੰਗੇ ਦਾ ਅਪਮਾਨ
ਆਸਫਾ ਵੇਲੇ ਹੋਇਆ ਕਿ ਹੁਣ ਹੋਇਆ? ਜਦੋਂ ਆਸਫਾ ਦੇ ਵੇਲੇ ਆਸਫਾ ਦੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਜਦੋਂ ਤੁਹਾਡੇ ਭਾਜਪਾ ਦੇ ਲੀਡਰ ਤਿਰੰਗਾ ਲੈ ਕੇ ਉਹਨਾਂ ਨੂੰ ਬਚਾਉਣ ਦੇ ਨਾਅਰੇ ਲਾਉਂਦੇ ਅੱਗੇ ਜਾਂਦੇ ਨੇ, ਸੜਕਾਂ ਤੇ ਫਲੈਗ ਮਾਰਚ ਕੱਢਦੇ ਨੇ, ਤਿਰੰਗੇ ਦਾ ਅਪਮਾਨ ਉਦੋਂ ਹੋਇਆ। ਤਿਰੰਗੇ ਦਾ ਅਪਮਾਨ ਮੋਦੀ ਜੀ ਉਦੋਂ ਹੋਇਆ ਜਦੋਂ ਜੋਗੀ ਰਾਜ ਦੇ ਵਿੱਚ, ਯੂਪੀ ਦੇ ਵਿੱਚ ਇੱਕ ਬੇਟੀ ਦਾ ਬੜੀ ਬੇਰਹਿਮੀ ਦੇ ਨਾਲ ਪਹਿਲਾਂ ਉਹਦਾ ਬਲਾਤਕਾਰ ਹੁੰਦਾ, ਫਿਰ ਉਹਦਾ ਕਤਲ ਕੀਤਾ ਜਾਂਦਾ, ਰਾਤ ਦੇ ਹਨੇਰੇ ਦੇ ਵਿੱਚ ਉਹਦੇ ਮਾਪਿਆਂ ਤੋਂ ਪੁੱਛੇ ਬਿਨਾਂ ਜਲਾ ਦਿੱਤਾ ਜਾਂਦਾ। ਤਿਰੰਗੇ ਦਾ ਅਪਮਾਨ ਉਦੋਂ ਹੋਇਆ। ਸੋ ਬਹੁਤ ਸਾਰੇ ਤੁਹਾਨੂੰ ਅਸੀਂ ਜਿਹੜੇ ਐਗਜ਼ਾਮਪਲ ਦੇ ਸਕਦੇ, ਉਦਾਹਰਨ ਦੇ ਸਕਦੇ ਕਿ ਤਿਰੰਗੇ ਦਾ ਅਪਮਾਨ ਕਦੋਂ ਕਦੋਂ ਤੇ ਕਿਵੇਂ ਕਿਵੇਂ ਤੇ ਕਿੱਥੇ ਕਿੱਥੇ ਹੋਇਆ, ਪਰ ਫਿਲਹਾਲ ਵੇਲਾ ਨਹੀਂ ਹੈ। ਇਹ ਜਿਹੜਾ ਤਿਰੰਗੇ ਦਾ ਅਪਮਾਨ ਇੱਥੇ ਲਾਲ ਕਿਲੇ ਤੇ ਕਹਿ ਰਹੇ ਨਾ, ਤਿਰੰਗੇ ਦਾ ਅਪਮਾਨ ਮੈਂ ਕਹਿੰਦੀ ਆ ਕਿ ਇੱਥੇ ਬਿਲਕੁਲ ਨਹੀਂ ਹੋਇਆ ਜੀ। ਕਾਰਨ ਇਹ ਆ ਕਿ ਤਿਰੰਗਾ ਐਜ਼ ਇਟ ਇਜ਼ ਝੂਲਦਾ ਹੈ ਜੀ, ਉਸ ਨੂੰ ਕਿਸੇ ਨੇ ਨਾ ਤਾਂ ਹੱਥ ਲਾਇਆ ਨਾ ਉਸ ਨੂੰ ਲਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਉਸ ਦੇ ਥੱਲੇ ਨਿਸ਼ਾਨ ਸਾਹਿਬ ਝੂਲਦੇ ਨੇ, ਉਸ ਦੇ ਥੱਲੇ ਕਿਸਾਨੀ ਝੰਡਾ ਝੂਲਦਾ, ਤੇ ਮੈਂ ਤਾਂ ਇਹ ਵੀ ਕਹਿ ਸਕਦੀ ਹਾਂ ਕਿ ਉਸ ਦੇ ਥੱਲੇ ਕੋਈ ਹੋਰ ਮਜ਼ਹਬ ਦਾ ਜੇ ਝੰਡਾ ਵੀ ਝੂਲੇ ਤਾਂ ਇਹ ਇੱਕ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੋਏਗਾ। ਸੰਵਿਧਾਨਕ ਤੌਰ ਤੇ ਇਹਨੂੰ ਅਸੀਂ ਬਿਲਕੁਲ ਵੀ ਗਲਤ ਨਹੀਂ ਕਹਿ ਸਕਦੇ, ਕਿਉਂਕਿ ਸਾਡੇ ਅੰਦਰ ਜਿੰਨੇ ਵੀ ਮਜ਼ਹਬ ਹੈਗੇ ਨੇ, ਜਿੰਨੇ ਵੀ ਧਰਮ ਹੈਗੇ ਨੇ, ਉਹਨਾਂ ਦੇ ਹਰ ਇੱਕ ਦੇ ਆਪਣੇ ਆਪਣੇ ਝੰਡੇ ਹੈਗੇ ਨੇ। ਉਹਨਾਂ ਦੇ ਝੰਡੇ ਅਗਰ ਸਾਡੇ ਤਿਰੰਗੇ ਦੇ ਨੀਚੇ ਝੂਲਦੇ ਨੇ ਤਾਂ ਸਾਨੂੰ ਇਸ ਅਨੇਕਤਾ ਵਿੱਚ ਏਕਤਾ ਤੇ ਫਖਰ ਹੋਣਾ ਚਾਹੀਦਾ ਹੈ, ਨਾ ਕਿ ਇਹਨੂੰ ਅਪਮਾਨ ਦੀ ਗੱਲ ਸਮਝਣਾ ਚਾਹੀਦਾ। ਸੋ ਜਿਹੜਾ ਤਿਰੰਗਾ ਉਹ ਤਾਂ ਜਿਹੜਾ ਇਸੇ ਚੀਜ਼ ਦਾ ਪ੍ਰਗਟਾਵਾ, ਇਸੇ ਚੀਜ਼ ਦਾ ਅਨੇਕਤਾ ਵਿੱਚ ਏਕਤਾ ਦਾ। ਜੇ ਆਪਾਂ ਜਿਹੜਾ ਹੈਗਾ ਆਪਣਾ ਕੇਸਰੀ ਰੰਗ ਦੀ ਗੱਲ ਕਰ ਲਈਏ, ਫਿਰ ਆਪਣਾ ਵਿਚਕਾਰ ਉਹਦੇ ਵਾਈਟ ਚਿੱਟਾ ਰੰਗ ਆ, ਫਿਰ ਸਭ ਤੋਂ ਪਹਿਲਾਂ ਹਰਾ ਰੰਗ ਆਉਂਦਾ ਹੈ, ਫਿਰ ਵਾਈਟ ਆਉਂਦਾ, ਫਿਰ ਕੇਸਰੀ ਆਉਂਦਾ। ਸੋ ਹਰਾ ਰੰਗ ਇੱਕ ਤਾਂ ਇੱਕ ਖਾਸ ਤਬਕਾ ਜਿਹੜਾ ਹੈਗਾ ਮੁਸਲਮਾਨ ਭਾਈਚਾਰਾ, ਉਹਨਾਂ ਦਾ ਵੀ ਗਿਣਿਆ ਜਾਂਦਾ ਹੈ। ਅੱਜ ਕੱਲ ਤਾਂ ਸਾਡੀਆਂ ਕਿਸਾਨ ਬੀਬੀਆਂ ਤੇ ਕਿਸਾਨ ਜਿਨ੍ਹਾਂ ਹਰਿਆਲੀ ਦਾ ਪ੍ਰਤੀਕ ਆ, ਦੁਪੱਟੇ ਲੈ ਕੇ ਉਹ 14 ਦੀ ਜਿਹੜੀ ਤਰੀਕ ਇਹ ਵੀ ਅਪੀਲ ਕਰਦੀ ਆ ਆਪਣਾ ਕਿਸਾਨ ਬੀਬੀਆਂ ਨੂੰ ਕਿ 14 ਫਰਵਰੀ ਨੂੰ ਸਾਡੀ ਕਿਸਾਨ ਜਥੇਬੰਦੀਆਂ ਵੱਲੋਂ ਸੁਣਨ ਦੇ ਵਿੱਚ ਆਇਆ ਕਿ 14 ਫਰਵਰੀ ਨੂੰ ਜਿਹੜਾ ਹੈਗਾ ਉਹ ਬੀਬੀਆਂ ਹਰੇ ਦੁਪੱਟੇ ਲੈ ਕੇ ਜਿਹੜਾ ਇਸ ਚੀਜ਼ ਨੂੰ ਬੜਾਵਾ ਦੇਣ ਕਿਸਾਨੀ ਮੋਰਚੇ ਦੇ ਵਿੱਚ। ਤੇ ਮੋਦੀ ਜੀ ਹਰਿਆਵਲ ਦਾ ਪ੍ਰਤੀਕ ਹਰਾ ਰੰਗ ਹੈ, ਇੱਕ ਖਾਸ ਤਬਕੇ ਨਾਲ ਵੀ ਜੋੜ ਕੇ ਇਹਨੂੰ ਦੇਖਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਚਿੱਟਾ ਅਮਨ ਦਾ ਪ੍ਰਤੀਕ ਹੈ, ਕੇਸਰੀ ਰੰਗ ਮੇਰਾ ਰੰਗ ਤੇ ਬਸੰਤੀ ਚੋਲਾ ਕੁਰਬਾਨੀ ਦਾ ਪ੍ਰਤੀਕ ਹੈ, ਤੇ ਕੁਰਬਾਨੀਆਂ ਸਭ ਤੋਂ ਵੱਧ ਤਾਂ ਫਿਰ ਕੇਸਰੀ ਝੰਡੇ ਵਾਲਿਆਂ ਨੇ ਦਿੱਤੀਆਂ। ਇਹ ਵੀ ਤੁਹਾਨੂੰ ਮੋਦੀ ਜੀ ਸੋਚਣਾ ਪਏਗਾ, ਤੇ ਮੋਦੀ ਜੀ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਉਹ ਸ਼੍ਰੀ ਰਕਾਬਗੰਜ ਗੁਰਦੁਆਰੇ ਗਏ ਸੀ ਤਾਂ ਉਹਨਾਂ ਦੇ ਸਿਰ ਉੱਤੇ ਵੀ ਜਿਹੜਾ ਪਟਕਾ ਬੰਨਿਆ ਹੋਇਆ ਸੀ ਉਹਦੇ ਤੇ ਵੀ ਉਹੀ ਨਿਸ਼ਾਨ ਝੂਲ ਰਿਹਾ ਸੀ, ਉਹੀ ਨਿਸ਼ਾਨ ਲੱਗਿਆ ਹੋਇਆ ਸੀ। ਸੋ ਜੇ ਉਸ ਵੇਲੇ ਉਹਨਾਂ ਦੇ ਮੱਥੇ ਤੇ ਉਹ ਨਿਸ਼ਾਨ ਸੱਜ ਸਕਦਾ ਹੈ ਤੇ ਹੁਣ ਜੇ ਉਹ ਲਾਲ ਕਿਲੇ ਤੇ ਝੰਡਾ ਝੂਲ ਰਿਹਾ ਹੈ ਤਾਂ ਉਹਦੇ ਨਾਲ ਅਪਮਾਨ ਕਿਵੇਂ ਹੋ ਗਿਆ? ਦੂਸਰੀ ਗੱਲ, ਜੇ ਅਸੀਂ ਕਹਿੰਦੇ ਹਾਂ ਕਿ ਲਾਲ ਕਿਲਾ ਸਾਡੀ ਧਰੋਹਰ ਹੈ ਤਾਂ ਮੋਦੀ ਜੀ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਸ ਸਾਡੀ ਧਰੋਹਰ ਨੂੰ ਡਾਲਮੀਆ ਗਰੁੱਪ ਕੋਲ ਲੀਜ਼ ਤੇ ਕਿਉਂ ਦਿੱਤਾ? ਬਿਲਕੁਲ ਬਿਲਕੁਲ, ਉਹ ਵੀ ਮੇਰੇ ਕੋਲ 50 ਕਰੋੜ। ਜੇ ਉਹ ਹੁਣ ਉਹ ਇਤਿਹਾਸਿਕ ਮੋਨੂਮੈਂਟ ਨਹੀਂ ਰਹਿ ਗਿਆ, ਉਹ ਇੱਕ ਪਿਕਨਿਕ ਸਪਾਟ ਬਣ ਗਿਆ, ਤੇ ਪਿਕਨਿਕ ਸਪਾਟ ਦੇ ਉੱਤੇ ਕੋਈ ਵੀ ਜਾ ਕੇ ਕਿਸੇ ਵੀ ਤਰ੍ਹਾਂ ਦਾ ਵਰਤਾਰਾ ਕਰ ਲਵੇ ਉਹਨੂੰ ਤੁਸੀਂ ਅਪਰਾਧਿਕ ਮਾਮਲੇ 'ਚ ਨਹੀਂ ਰੱਖ ਸਕਦੇ, ਉਹਨੂੰ ਤੁਸੀਂ ਦੇਸ਼ ਦਾ ਅਪਮਾਨ ਨਹੀਂ ਮੰਨ ਸਕਦੇ। ਸੋ ਉਹ ਇਹ ਕੋਈ ਖਾਸ ਇਸ਼ੂ ਨਹੀਂ ਸੀਗਾ, ਕੋਈ ਵੱਡਾ ਪਰ ਬਣਾ ਲਿਆ ਗਿਆ। ਬਣਾ ਕਿਉਂ ਲਿਆ ਗਿਆ? ਕਿਉਂਕਿ ਜਿਹੜਾ ਇੱਕ ਜਨ ਅੰਦੋਲਨ, ਕਿਸਾਨੀ ਅੰਦੋਲਨ ਤੋਂ ਵੀ ਉੱਪਰ ਉੱਠ ਕੇ ਇੱਕ ਜਨ ਅੰਦੋਲਨ ਪੂਰੇ ਭਾਰਤ ਤੋਂ ਵੀ ਅੱਗੇ ਲੰਘ ਗਿਆ, ਇੱਕ ਵਰਲਡ ਲੈਵਲ ਤੇ ਚਲਾ ਗਿਆ, ਵਿਸ਼ਵ ਪੱਧਰ ਤੇ ਚਲਾ ਗਿਆ। ਵਿਸ਼ਵ ਦੇ ਵਿੱਚੋਂ ਵੀ ਆਵਾਜ਼ਾਂ ਉੱਠਣ ਲੱਗ ਪਈਆਂ, ਖਾਸ ਕਰ ਸੈਲੀਬ੍ਰਿਟੀ ਜਿਹੜੇ ਹੈਗੇ ਨੇ ਵਿਸ਼ਵ ਪੱਧਰ ਦੇ, ਉਹਨਾਂ ਨੇ ਵੀ ਇਸ ਦੇ ਹੱਕ ਦੇ ਵਿੱਚ ਜਿਹੜਾ ਉਹ ਨਿੱਤਰ ਪਏ ਪੂਰੀ ਤਰ੍ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਅੰਦਰੇ ਅੰਦਰ ਹਕੂਮਤ ਨੂੰ ਕਿਤੇ ਸਤਾ ਰਹੀਆਂ ਸੀਗੀਆਂ, ਸਰਕਾਰ ਨੂੰ ਕਿਤੇ ਖਾ ਰਹੀਆਂ ਸੀ ਵੀ ਇਸ ਅੰਦੋਲਨ ਨੂੰ ਤਾਰ ਪੀਟੋ ਕਿਵੇਂ ਕਰਨਾ ਹੈ। ਸੋ ਰਸਤਾ ਕੋਈ ਮਿਲ ਨਹੀਂ ਰਿਹਾ ਸੀਗਾ ਇਸ ਛੋਟੇ ਜਿਹੇ ਇਸ਼ੂ ਨੂੰ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ ਇੱਕ ਨੈਸ਼ਨਲ ਜਿਹੜਾ ਉਹ ਰਹਿ ਨਹੀਂ ਗਿਆ ਹੈਗਾ, ਉਹ ਤਾਂ ਡਾਲਮੀਆ ਗਰੁੱਪ ਦੀ ਇੱਕ ਇਮਾਰਤ ਬਣ ਕੇ ਰਹਿ ਗਿਆ, ਪਿਕਨਿਕ ਸਪੌਟ ਬਣ ਗਿਆ, ਉੱਥੇ ਲਾ ਦਿੱਤਾ ਗਿਆ। ਕਿਉਂਕਿ ਤੁਹਾਡੀਆਂ ਕਮਜ਼ੋਰੀਆਂ ਦੇ ਨਾਲ, ਕਮਜ਼ੋਰੀਆਂ ਹੀ ਕਹਿ ਸਕਦੇ ਆ, ਜਾਂ ਤੁਹਾਡੀਆਂ ਬਦਨੀਤੀਆਂ, ਕਿਉਂਕਿ ਤੁਸੀਂ ਧਾਰਿਆ ਹੋਇਆ ਸੀਗਾ ਵੀ ਇੱਕ ਮੌਕਾ ਲੱਭ ਰਹੇ ਸੀਗੇ, ਪਰ ਅਸੀਂ ਫਿਰ ਵੀ ਦਾਅਵੇ ਨਾਲ ਕਹਿ ਸਕਦੇ ਕਿ ਮੋਦੀ ਸਰਕਾਰ ਤੁਸੀਂ ਫੇਲੀਅਰ, ਇੱਥੇ ਵੀ ਫੇਲੀਅਰ ਤੁਹਾਡਾ ਪ੍ਰਤੀਤ ਹੋ ਰਿਹਾ, ਤੁਸੀਂ ਫੇਲ ਹੋ ਗਏ ਪੂਰੀ ਤਰ੍ਹਾਂ। ਕਿਉਂਕਿ ਕੁਦਰਤ ਜਿਹੜੀ ਹੈਗੀ ਆ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਉਸ ਮੋਰਚੇ ਦੇ ਵਿੱਚ, ਇਸ ਕਰਕੇ ਤੁਸੀਂ ਉਹਦੇ ਵਿੱਚ ਸਫਲ ਨਹੀਂ ਹੋ ਸਕੇ ਜਿਹੜੀ ਤੁਹਾਡੀ ਬਦਨੀਤੀ ਸੀਗੀ।
ਦੂਸਰੀ ਗੱਲ ਤੁਹਾਨੂੰ ਇਹ ਦੱਸ ਦਈਏ ਕਿ ਤੁਸੀਂ ਉੱਥੇ ਕਹਿ ਰਹੇ ਹੋ ਖਾਲਿਸਤਾਨੀ ਝੰਡਾ, ਅਸੀਂ ਕੋਈ ਖਾਲਿਸਤਾਨੀ ਨਹੀਂ ਜਾਣਦੇ ਵੀ ਕੀ ਹੈਗੀ ਮੂਵਮੈਂਟ ਕੀ ਨਹੀਂ। ਪਰ ਇੱਕ ਗੱਲ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਉਸ ਝੰਡੇ ਦੇ ਵਿੱਚ ਜਿਹੜਾ ਜਿੰਨੀਆਂ ਵੀ ਪਿਕਚਰ ਸਾਡੇ ਕੋਲ ਤਸਵੀਰਾਂ ਆਈਆਂ ਨੇ ਸੋਸ਼ਲ ਮੀਡੀਆ ਦੇ ਵਿੱਚ, ਉਹਦੇ ਉੱਪਰ ਖੰਡਾ ਜ਼ਰੂਰ ਬਣਿਆ ਦੇਖਿਆ ਅਸੀਂ, ਉਹਦੇ ਉੱਪਰ ਖਾਲਿਸਤਾਨ ਲਿਖਿਆ ਨਹੀਂ ਦੇਖਿਆ, ਨਿਸ਼ਾਨ ਸਾਹਿਬ ਕਹਿੰਦੇ ਆ। ਔਰ ਮੋਦੀ ਜੀ ਖਾਲਿਸਤਾਨ ਦਾ ਜਿਹੜਾ ਝੰਡਾ ਹੁੰਦਾ ਹੈ ਨਾ, ਉਹਦੇ ਉੱਪਰ ਖਾਲਿਸਤਾਨ ਬਕਾਇਦਗੀ ਦੇ ਨਾਲ ਲਿਖਿਆ ਹੁੰਦਾ ਨੀਲੇ ਅੱਖਰਾਂ ਦੇ ਵਿੱਚ, ਪਰ ਕੱਢਿਆ ਹੁੰਦਾ, ਪਰ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਇਸ਼ੂ ਬਣਾਉਣਾ ਤੁਸੀਂ ਜਿਹੜਾ ਮਰਜ਼ੀ ਬਣਾਈ ਜਾਓ ਉਹਨੂੰ। ਪਰ ਇਹ ਦੇਖੋ ਕਿ ਇਸ ਵੇਲੇ ਜੇ ਕਹਿ ਲਿਆ ਜਾਵੇ ਕਿ ਇੱਕ ਪਾਸੇ ਬਦੀ ਆ ਤੇ ਇੱਕ ਪਾਸੇ ਨੇਕੀ ਆ, ਦੋਵਾਂ ਦੇ ਵਿਚਕਾਰ ਇੱਕ ਵੱਡੀ ਜੰਗ ਛਿੜੀ ਹੋਈ ਹੈ। ਕੁਰੂਕਸ਼ੇਤਰ ਦੇ ਮੇਰੇ ਖਿਆਲ ਖੇਤਰ ਦੇ ਵਿੱਚ ਹੀ ਇਹ ਬਦੀ ਤੇ ਨੇਕੀ ਦੀ ਜੰਗ ਹੋਈ ਸੀ, ਹੁਣ ਉੱਥੇ ਫਿਰ ਨੇਕੀ ਤੇ ਬਦੀ ਦੀ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੁਣ ਬਦੀ ਤੇ ਨੇਕੀ ਦੇ ਵਿਚਕਾਰ ਦੀ ਜੰਗ ਆ। ਪਹਿਲਾਂ ਤਾਂ ਅਸੀਂ ਉਹਨੂੰ ਕੀ ਕਹਿ ਸਕਦੇ ਹਾਂ, ਲੋਕ ਕਹਿੰਦੇ ਕਿ ਉਹ ਮਿੱਥ ਕਥਾਵਾਂ ਸੀਗੀਆਂ, ਲੋਕ ਕਹਿੰਦੇ ਨੇ ਕਿ ਮਿੱਥ ਕਥਾਵਾਂ ਸੀਗੀਆਂ, ਪਰ ਅਸਲ ਦੇ ਵਿੱਚ ਹੁਣ ਇਤਿਹਾਸ ਲਿਖਿਆ ਜਾ ਰਿਹਾ, ਹੁਣ ਸਾਂਭਿਆ ਜਾ ਰਿਹਾ, ਉਹਨੂੰ ਜਿਹੜਾ ਹੈਗਾ ਚਲਚਿੱਤਰ ਦੇ ਰਾਹੀਂ ਸਾਂਭਿਆ ਜਾ ਰਿਹਾ। ਸੋ ਇਹਨੂੰ ਕੋਈ ਝੁਠਲਾ ਨਹੀਂ ਸਕਦਾ। ਸੋ ਤੁਸੀਂ ਜਿੰਨੇ ਮਰਜ਼ੀ ਜਿਹੜੇ ਨੱਕੇ ਵੱਢ ਲਓ, ਜਿੰਨੇ ਮਰਜ਼ੀ ਰਾਹਾਂ ਦੇ ਵਿੱਚ ਪਾਣੀ ਛੱਡ ਲਓ, ਮੋਦੀ ਜੀ ਅਖੀਰ ਦੇ ਵਿੱਚ ਜਿਹੜੀ ਜਿੱਤ ਹੈ ਉਹ ਸੱਚ ਦੀ ਹੋਣੀ ਆ। ਸੋ ਅਗਲੀ ਗੱਲ ਆਪਾਂ ਫਿਰ ਉਹ ਜਿਹੜੀ ਡਾਕਟਰ ਸਾਹਿਬ ਆ ਜਾਂਦੀ ਆ ਜਥੇਬੰਦੀਆਂ ਤੇ, ਉਹਨਾਂ ਨੂੰ ਵਾਰ-ਵਾਰ ਅਪੀਲ ਕਰਨੀ ਬਣਦੀ ਹੈ ਕਿ ਉਹ ਜਿਹੜੇ ਬੱਚੇ, ਸਾਨੂੰ ਵੀ ਰੋਜ਼ ਮਾਂ-ਬਾਪ ਫੋਨ ਕਰਦੇ ਨੇ, ਪੁੱਛਦੇ ਨੇ, ਉਹਨਾਂ ਬੱਚਿਆਂ ਦਾ ਵੀ ਥਹੁ ਪਤਾ ਲਗਾਉਣਾ ਚਾਹੀਦਾ ਪੂਰੀ ਤਰ੍ਹਾਂ। ਤੇ ਦੂਸਰੀ ਗੱਲ, ਜਿਹੜਾ ਇਹਨਾਂ ਨੇ ਇੱਕ ਸੈੱਲ ਬਣਾਇਆ ਹੈਗਾ, ਇਹਨਾਂ ਦਾ ਵਿੰਗ ਬਣਾਇਆ ਹੈ, ਨਹੀਂ IT ਸੈੱਲ ਦੀ ਗੱਲ ਨਹੀਂ ਕਰਦੀ ਮੈਂ ਡਾਕਟਰ ਸਾਹਿਬ, ਜਿਹੜਾ ਇਹਨਾਂ ਨੇ ਵਕੀਲਾਂ ਦਾ ਇੱਕ ਵਿੰਗ ਬਣਾਇਆ ਹੈਗਾ, ਜਿਹੜੇ ਹੁਣ ਤੱਕ ਸਾਨੂੰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੇ ਵਕੀਲ, ਚਲੋ ਉਹ ਵੀ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੇ ਡਿਗਰੀਆਂ ਹਾਸਿਲ ਕੀਤੀਆਂ, ਉਹਨਾਂ ਦਾ ਵੀ ਕੋਈ ਤਜਰਬਾ ਹੋਇਆ ਲਾਜ਼ਮੀ ਹੋਣਾ ਚਾਹੀਦਾ, ਪਰ ਅਸੀਂ ਜ਼ੋਰ ਅਪੀਲ ਇਹ ਕਰਦੇ ਹਾਂ ਕਿ ਜਿੰਨੀਆਂ ਜਥੇਬੰਦੀਆਂ ਨੇ, ਖਾਸ ਕਰ ਰਾਜੋਵਾਲ ਸਾਹਿਬ ਨੂੰ, ਦੂਰਅੰਦੇਸ਼ੀ ਨੇ, ਅਸੀਂ ਹਮੇਸ਼ਾ ਉਹਨਾਂ ਦੀ ਤਾਰੀਫ ਕਰਦੇ ਹਾਂ, ਉਹਨਾਂ ਤੋਂ ਆਸਵੰਦ ਵੀ ਆਸ ਵੀ ਰੱਖਦੇ ਹਾਂ। ਉਹ ਇਹ ਹੈ ਕਿ ਕੋਈ ਚੰਗੇ ਵਧੀਆ ਜਿਹੜੇ ਤਜਰਬੇਕਾਰ ਵਕੀਲ ਨੇ, ਜਿਹੜੇ ਉਹਨਾਂ ਦਾ ਇੱਕ ਜਿਹੜਾ ਪੈਨਲ ਵਿੰਗ ਹੈ ਉਹ ਤਿਆਰ ਕੀਤਾ ਜਾਵੇ। ਇਹ ਲੜਾਈ ਜਿਹੜੀ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਜੇ ਕਹਿ ਦਿਓ ਨਾ ਕਿ ਜਿਹੜੇ ਤੁਸੀਂ ਵਿੰਗ ਬਣਾਇਆ ਹੈਗਾ ਵਕੀਲਾਂ ਦਾ, ਉਹ ਜਾ ਕੇ ਉੱਥੇ ਕੋਈ ਆਪਣਾ ਜਿਹੜੀ ਜ਼ਰੀਆ ਕਰ ਸਕੂਗਾ, ਮੇਰਾ ਜ਼ਰਾ ਜਿਹੜੀ ਕਰ ਸਕੂਗਾ, ਉਹ ਜ਼ਰਾ ਉਸ ਕਿਸਮ ਦੀ ਨਹੀਂ ਕਰ ਸਕੇਗਾ, ਕਿਉਂਕਿ ਹਾਈ ਲੈਵਲ ਦੇ ਸਾਨੂੰ ਵਕੀਲਾਂ ਦਾ ਜਿਹੜਾ ਵਿੰਗ ਚਾਹੀਦਾ। ਸੋ ਇਸ ਕਰਕੇ ਬਾਹਰੋਂ ਸਾਡੇ ਵੀਰਾਂ ਨੇ ਤੁਹਾਨੂੰ ਜਿਹੜੀ ਮਾਇਆ ਦੀ, ਪੈਸੇ ਦੀ ਕੋਈ ਕਮੀ ਨਹੀਂ ਛੱਡੀ। ਸੋ ਤੁਸੀਂ ਇਹ ਚੰਗੇ ਪਾਸੇ ਲਾ ਦਿਓ, ਚੰਗਾ ਪਾਸਾ ਹੀ ਕਹਿਣਾ ਪਵੇਗਾ, ਕਿਉਂਕਿ ਮਾਵਾਂ ਰੋ ਰਹੀਆਂ ਨੇ, ਤਾਂ ਉਹਨਾਂ ਦੇ ਜਿਹੜੇ ਹਲਕ ਸੁੱਕੇ ਪਏ ਨੇ, ਸੋ ਉਹਨਾਂ ਦੇ ਬੱਚੇ ਜਿਹੜੇ, ਉਹਨਾਂ ਨੂੰ ਮਿਲਾ ਦਿਓ ਤੁਸੀਂ ਕਿਰਪਾ ਕਰਕੇ। ਇੱਕ ਵਧੀਆ ਜਿਹੜੇ ਵਕੀਲ ਹੈਗੇ ਨੇ ਨਾ, ਜਿਹੜੇ ਤਜਰਬੇਕਾਰ ਨੇ, ਜਿਹੜੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣ ਦੇ ਕਾਬਿਲ ਨੇ ਔਰ ਧੜੱਲੇਦਾਰ, ਉਹ ਵਕੀਲਾਂ ਦਾ ਵਿੰਗ ਬਣਾਓ ਪਲੀਜ਼। ਸਾਡੀ ਇਹ ਗੁਜ਼ਾਰਿਸ਼ ਆ ਬਾਰ-ਬਾਰ, ਕਿਉਂਕਿ ਇਹ ਸਾਨੂੰ ਬਾਰ-ਬਾਰ ਜਿਹੜੇ ਉਹ ਮਾਪੇ ਨੇ, ਉਹ ਲੋਕ ਨੇ, ਸਾਡੇ ਨਾਲ ਸੰਪਰਕ ਕਰ ਰਹੇ ਨੇ ਔਰ ਸਾਨੂੰ ਕਹਿ ਰਹੇ ਨੇ, ਤੇ ਉਹਨਾਂ ਦਾ ਦਰਦ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ। ਸੋ ਇਹਦੇ ਬਾਰੇ ਤੁਸੀਂ ਡਾਕਟਰ ਸਾਹਿਬ ਕੀ ਕਹੋਗੇ? ਬਿਲਕੁਲ, ਮੈਂ ਵੀ ਇਹੀ ਕਹਾਂਗੀ ਕਿ ਜੇ ਅਸੀਂ ਕਹੀਏ ਕਿ ਛੋਟੇ ਮੋਟੇ ਵਕੀਲ ਹੈਗੇ ਨੇ ਤਾਂ ਕੋਈ ਗੱਲ ਨਹੀਂ, ਉਹ ਪੈਨਲ ਕੰਮ ਕਰ ਲਏਗਾ, ਲੇਕਿਨ ਜਿਸ ਤਰ੍ਹਾਂ ਦੀਆਂ ਧਾਰਾਵਾਂ ਅਸੀਂ ਸੁਣ ਰਹੇ ਹਾਂ, ਲੱਗ ਰਹੀਆਂ ਨੇ, ਉਸ ਹਿਸਾਬ ਨਾਲ ਜਥੇਬੰਦੀਆਂ ਨੂੰ ਇਹ ਪੁਰਜੋਰ ਅਪੀਲ ਹੈ ਸਾਡੀ ਕਿ ਉਹਨਾਂ ਨੂੰ ਵਧੀਆ ਤੋਂ ਵਧੀਆ ਵਕੀਲ ਕਰਕੇ, ਉਹ ਵਧੀਆ ਪੈਨਲ ਬਣਾ ਕੇ ਉਹਨਾਂ ਦੇ ਅੱਗੇ ਲੈ ਕੇ ਜਾਣਾ ਚਾਹੀਦਾ ਹੈ, ਜਿਹੜਾ ਪੈਨਲ ਸੁਪਰੀਮ ਕੋਰਟ ਤੱਕ ਆਪਣੀ ਗੱਲ ਬੜੇ ਆਧਾਰ ਦੇ ਨਾਲ, ਬੜੇ ਤਰਕ ਦੇ ਨਾਲ ਰੱਖ ਸਕੇ। ਤਾਂ ਕਿਉਂਕਿ ਸਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ, ਜਥੇਬੰਦੀਆਂ ਵੀ ਜਾਣਦੀਆਂ ਨੇ, ਲੋਕ ਵੀ ਜਾਣਦੇ ਨੇ ਕਿ ਜੋ ਧਾਰਾਵਾਂ ਲੱਗ ਰਹੀਆਂ ਨੇ ਉਹ ਬਿਨਾਂ ਵਜ੍ਹਾ ਲੱਗ ਰਹੀਆਂ ਨੇ, ਸਿਰਫ ਇੱਕ ਬਦਲੇ ਦੀ ਕਾਰਵਾਈ ਵਜੋਂ ਲੱਗ ਰਹੀਆਂ ਨੇ। ਤੇ ਪਰ ਸਰਕਾਰ ਹੈ, ਸਰਕਾਰ ਕਿਸੇ ਵੀ ਤਰ੍ਹਾਂ ਡਰਾਉਣਾ ਚਾਹੁੰਦੀ ਹੈ, ਲੋਕਾਂ ਨੂੰ ਡਰਾ ਕੇ ਇਸ ਅੰਦੋਲਨ ਤੋਂ ਤੋੜਨਾ ਚਾਹੁੰਦੀ ਹੈ। ਤਾਂ ਸੋ ਜੇ ਸਾਡੇ ਆਗੂ ਜਿਹੜੇ ਨੇ ਉਹ ਵਧੀਆ ਪੈਨਲ ਬਣਾਉਣਗੇ ਵਕੀਲਾਂ ਦਾ, ਤੇ ਉਹ ਵਕੀਲ ਵਧੀਆ ਤਰੀਕੇ ਨਾਲ ਸਾਰੀ ਕਾਰਵਾਈ ਹੱਥ 'ਚ ਲੈਣਗੇ ਤੇ ਬੱਚਿਆਂ ਨੂੰ ਉਹਨਾਂ ਕੇਸਾਂ ਤੋਂ ਨਿਜਾਤ ਦਿਵਾਉਣਗੇ, ਤਾਂ ਲੋਕਾਂ ਦਾ ਵਿਸ਼ਵਾਸ ਵੀ ਇਹਦੇ ਵਿੱਚ ਬਣੇਗਾ ਤੇ ਲੋਕ ਹੋਰ ਜ਼ਿਆਦਾ ਵਧੇਰੇ ਗਿਣਤੀ ਦੇ ਵਿੱਚ ਇੱਧਰ ਜੁੜਨਗੇ ਤੇ ਲੋਕਾਂ ਨੂੰ ਬਹੁਤ ਵਧੀਆ ਲੱਗੇਗਾ ਕਿ ਹਾਂ, ਸਾਡੇ ਆਗੂ ਸਾਡੇ ਨਾਲ ਨੇ, ਅਸੀਂ ਵੀ ਉਹਨਾਂ ਦੇ ਨਾਲ ਤੁਰੀਏ। ਸੋ ਬਿਲਕੁਲ ਡਾਕਟਰ ਸਾਹਿਬ ਨੇ ਠੀਕ ਕਿਹਾ। ਬਾਕੀ ਗੱਲ ਇਹ ਹੈ ਕਿ ਇਲਜ਼ਾਮ ਤਰਾਸ਼ੀ ਵੀ ਹੋ ਰਹੀ ਹੈ ਤੇ ਇਹ ਹੁੰਦੀ ਆ ਇਲਜ਼ਾਮ ਤਰਾਸ਼ੀ, ਇਹਦੇ ਤੋਂ ਬਚ ਨਹੀਂ ਸਕਦੇ। ਸੋ ਇੱਕ ਲੀਡਰਾਂ ਨੂੰ ਹੋਰ ਅਸੀਂ ਗੁਜ਼ਾਰਿਸ਼ ਕਰਦੀ ਕਿ ਇਹ ਨਿਊ ਟੈਕਨੋਲੋਜੀ ਦਾ ਜ਼ਮਾਨਾ ਹੈ,
ਸੋ ਤੁਹਾਨੂੰ ਇਹ ਵੀ ਬੜੀ ਸਤਰਕਤਾ ਦੇ ਨਾਲ ਚੱਲਣਾ ਪਏਗਾ ਕਿ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਵੀ ਕਿਹਦੇ ਕਾਲਰ ਦੇ ਵਿੱਚ ਕੈਮਰਾ ਛੁਪਿਆ ਹੋਇਆ ਤੇ ਕਿਹਦੇ ਜਿਹੜੀ ਕਮੀਜ਼ ਦੇ ਬਟਨ ਦੇ ਵਿੱਚ ਕੈਮਰਾ ਛੁਪਿਆ ਹੋਇਆ, ਖੁਫੀਆ ਕੈਮਰਾ। ਔਰ ਤੁਹਾਡੀ ਹਰ ਐਕਟੀਵਿਟੀਜ਼ ਤੇ ਜਿਹੜਾ ਪੈਨੀ ਨਜ਼ਰ ਰੱਖੀ ਜਾ ਰਹੀ ਆ। ਜਿਹੜੇ ਸਾਡੇ ਵਰਗੇ ਆਮ ਜਿਹੇ ਸਧਾਰਨ ਜਿਹੇ ਬੰਦੇ ਹੈਗੇ ਨੇ, ਉਹਨਾਂ ਨੇ ਵੀ ਪੂਰੀ ਤਰ੍ਹਾਂ ਪੈਨੀ ਨਜ਼ਰ ਰੱਖੀ ਹੋਈ ਆ। ਔਰ ਆਮ ਲੋਕਾਂ ਦੇ ਪਿੱਛੇ ਵੀ ਇੱਕ ਅਜਿਹਾ ਤਬਕਾ ਖੜਾ ਹੈ ਜਿਹੜਾ ਬਹੁਤ ਸਾਰੀ ਸੋਝੀ ਰੱਖਦਾ ਹੈ, ਹਰ ਮਾਮਲੇ ਦੀ ਜਿਹੜੀ ਬੜਾ ਚੀਰ ਫਾੜ ਕਰਨ ਜਾਣਦਾ ਹੈ, ਅਨਾਲਿਸਿਸ ਕਰਨ ਜਾਣਦਾ। ਉਹ ਉਹਨਾਂ ਨੂੰ ਜ਼ਰੂਰ ਦੱਸੇਗਾ ਕਿ ਤੁਹਾਡੇ ਨਾਲ ਕਿੱਥੇ ਜ਼ਿਆਦਤੀ ਹੋ ਰਹੀ ਆ ਲੀਡਰਾਂ ਵੱਲੋਂ। ਸੋ ਸਾਨੂੰ ਮਾਣ ਵੀ ਹੈ ਕਿ ਸਾਡੇ ਲੀਡਰ ਢਿੱਲ ਢੇਰ ਤੱਕ ਜਿਹੜਾ ਆਪਣੇ ਉਸ ਇੱਕੋ ਮੁੱਦੇ ਤੇ ਖੜੇ ਨੇ, ਅਕੀਦੇ ਤੇ ਖੜੇ ਨੇ ਕਿ ਵੀ ਜੇ ਕਾਨੂੰਨ ਅਸੀਂ ਰੱਦ ਕਰਾਉਣੇ ਆ ਤਾਂ ਰੱਦ ਹੀ ਕਰਾਉਣੇ ਆ। ਇਸ ਤੋਂ ਇਲਾਵਾ ਹੋਰ ਸਾਡਾ ਕਿਸੇ ਵੀ ਗੱਲ ਤੇ ਕੋਈ ਸਮਝੌਤਾ ਨਹੀਂ ਹੈਗਾ। ਸੋ ਇਹ ਬੜੀ ਇੱਕ ਸ਼ਲਾਘਾਯੋਗ ਹੈ ਸਾਡੇ ਜਿਹੜੀ ਲੀਡਰਾਂ ਦੀ ਗੱਲ। ਤੇ ਬਾਕੀ ਅਸੀਂ ਅਰਦਾਸ ਵੀ ਕਰਦੇ ਹਾਂ ਉਸ ਅਕਾਲ ਪੁਰਖ ਅੱਗੇ ਕਿ ਇਸੇ ਤਰ੍ਹਾਂ ਏਕਾ ਬਣਿਆ ਰਹੇ ਤੇ ਤੁਸੀਂ ਲੋਕਾਂ ਦੇ ਵਿਸ਼ਵਾਸ ਤੇ ਖਰੇ ਉਤਰੋ। ਇਹ ਵੀ ਅਸੀਂ ਅਰਦਾਸ ਕਰਦੇ ਹਾਂ। ਤੇ ਬਾਕੀ ਲੀਡਰਾਂ ਨੂੰ ਵੀ ਅਸੀਂ ਇਹ ਜਿਹੜੀ ਬੇਨਤੀ ਕਰਦੇ ਹਾਂ ਕਿ ਮੈਂ ਕਹਿੰਦੀ ਵੀ ਜਿਸ ਮੁਕਾਮ ਦੇ ਉੱਪਰ ਤੁਹਾਨੂੰ ਲੋਕਾਂ ਨੇ ਪਿਆਰ ਦਿੱਤਾ, ਜਿਸ ਤਰੀਕੇ ਦੇ ਵਰਲਡ ਲੈਵਲ ਦੀ ਤੇ ਤੁਹਾਡਾ ਇੱਕ ਮੁਕਾਮ ਬਣ ਚੁੱਕਾ ਹੈ, ਤੇ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਉੱਤੇ ਕੋਈ ਸਰਕਾਰੀ ਅਹੁਦੇ ਹੋਣਗੇ। ਮੰਨ ਲਓ ਵੀ ਕਈ ਲੋਕ ਕਹਿ ਰਹੇ ਨੇ ਕਿ ਲੀਡਰ ਵਿਕ ਜਾਣਗੇ ਜਾਂ ਵਿਕੇ ਹੋਣ। ਮੇਰਾ ਉਹਨਾਂ ਨੂੰ ਇਹੀ ਜਵਾਬ ਆ ਕਿ ਵੀਰੋ, ਸਾਨੂੰ ਇਹ ਵੀ ਸੋਚਣਾ ਬਣੇਗਾ ਕਿ ਜਿਸ ਮੁਕਾਮ ਤੇ ਲੋਕਾਂ ਨੇ ਪਹੁੰਚਾ ਦਿੱਤਾ ਇਹਨਾਂ ਲੀਡਰਾਂ ਨੂੰ ਪਿਆਰ ਦੇ ਕੇ, ਸਤਿਕਾਰ ਦੇ ਕੇ, ਲੀਡਰਾਂ ਨੇ ਅੰਦੋਲਨ ਨੂੰ ਪਹੁੰਚਾ ਦਿੱਤਾ ਦੋਨਾਂ ਵਰਲਡ ਲੈਵਲ ਤੇ। ਹੁਣ ਜੇ ਆਪਾਂ ਰਾਜੇਵਾਲ ਸਾਹਿਬ ਦੀ ਗੱਲ ਕਰ ਲਈਏ, ਜਿਸ ਤਰ੍ਹਾਂ ਅੱਜ ਵਰਲਡ ਲੈਵਲ ਦੇ ਲੋਕ ਉਹਨਾਂ ਨੂੰ ਸਤਿਕਾਰ ਵੀ ਦੇ ਰਹੇ ਨੇ। ਔਰ ਉਹਦੇ ਵਿੱਚ ਜੇ ਹੁਣ ਇਹ ਚਾਹੁਣ ਕਿ ਵੀ ਠੀਕ ਆ ਜੀ, ਮੈਂ ਅੰਦਰ ਖਾਤੇ ਸਰਕਾਰ ਦੇ ਨਾਲ ਕੋਈ ਗੱਠਜੋੜ ਕਰਕੇ, ਕੋਈ ਗਿਟਮਿਟ ਕਰਕੇ ਕੋਈ ਅਹੁਦਾ ਲੈ ਲਾਂ ਤੇ ਇਸ ਅੰਦੋਲਨ ਨੂੰ ਵੇਚ ਦਿਆਂ, ਉਹ ਅਹੁਦਾ ਤਾਂ ਮੈਂ ਕਹਿੰਦੀ ਤਿਨਕ ਮਾਤਰ ਵੀ ਨਹੀਂ ਹੋਏਗਾ। ਜਿਹੜਾ ਮੁਕਾਮ ਇਸ ਵੇਲੇ ਰਾਜੇਵਾਲ ਸਾਹਿਬ ਕੋਲ ਹੈ ਉਹ ਤਾਂ ਤਿਨਕ ਮਾਤਰ ਵੀ ਅਹੁਦਾ ਨਹੀਂ ਹੋਵੇਗਾ। ਇਸ ਲਈ ਮੇਰਾ ਨਹੀਂ ਖਿਆਲ ਕਿ ਉਹ ਸੋਚਣਗੇ, ਉਹ ਬੈਕ ਫੁੱਟ ਤੇ ਜਾਣਗੇ, ਉਹ ਵਿਕਣ ਦੀ ਕੋਈ ਗੱਲ ਕਰਨਗੇ ਜਾਂ ਕੋਈ ਅਹੁਦਾ ਲੈਣ ਦੀ ਗੱਲ ਕਰਨਗੇ। ਮੇਰਾ ਖਿਆਲ ਹੁਣ ਤਾਂ ਉਹ ਇਹ ਕਹਿੰਦੇ ਹੋਣਗੇ ਅੰਦਰੇ ਅੰਦਰ ਕਿ ਜਿੰਨਾ ਕਿ ਪਿਆਰ ਲੋਕਾਂ ਨੇ ਮੈਨੂੰ ਦੇਤਾ ਰੱਬਾ, ਹੁਣ ਤਾਂ ਭਾਵੇਂ ਮੇਰੀ ਜਾਨ ਹੀ ਕੱਢ ਲੈ। ਇਸ ਤੋਂ ਵੱਡਾ ਕੋਈ ਸਤਿਕਾਰ ਨਹੀਂ ਹੁੰਦਾ, ਕਿਉਂਕਿ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣੀ ਬਹੁਤ ਔਖੀ ਹੈ, ਬਹੁਤ ਜ਼ਿਆਦਾ ਮੁਸ਼ਕਿਲ ਹੈ। ਸੋ ਲੀਡਰ ਜਿਹੜੇ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੋ ਮੁਕਾਮ ਤੁਸੀਂ ਹਾਸਲ ਕਰ ਚੁੱਕੇ ਹੋ, ਕਹਿੰਦੇ ਟੈਂਪਲ ਆਫ ਲਿਵਿੰਗ ਗॉड, ਇਹ ਪ੍ਰਮਾਤਮਾ ਦਾ ਘਰ ਹੈ, ਮਨੁੱਖ ਦਾ ਹਿਰਦਾ, ਤੇ ਉਸ ਹਿਰਦੇ ਦੇ ਤੁਸੀਂ ਪਾਤਰ ਬਣ ਗਏ ਹੋ। ਉਸ ਹਿਰਦੇ ਦੇ ਵਿੱਚ ਤੁਹਾਡਾ ਉਹ ਮੁਕਾਮ ਚਲਾ ਗਿਆ, ਉਹ ਸਤਿਕਾਰ ਚਲਾ ਗਿਆ, ਤੇ ਜਰਾ ਜਿੰਨੀ ਵੀ ਹੁਣ ਤੁਹਾਡੇ ਤੋਂ ਚੂਕ ਹੋ ਗਈ ਨਾ, ਤੇ ਤੁਹਾਨੂੰ ਇੱਕਦਮ ਲੋਕਾਂ ਦੀਆਂ ਨਜ਼ਰਾਂ ਤੋਂ ਗਿਰਨਾ ਪੈ ਜਾਣਾ। ਤੇ ਫਿਰ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗ ਕੇ ਤਾਂ ਕੋਈ ਜਿਉਣ ਨਹੀਂ ਹੁੰਦਾ, ਜੇ ਜੀਵਿਆ ਪਤਲੱਥੀ ਜਾਏ। ਸੋ ਇਸ ਕਰਕੇ ਗੁਰਬਾਣੀ ਵੀ ਕਹਿੰਦੀ ਆ ਤੁਹਾਡਾ ਬਹੁਤ ਸਤਿਕਾਰ ਹੈ, ਬਹੁਤ ਤੁਸੀਂ ਅੰਦੋਲਨ ਨੂੰ ਮੁਕਾਮ ਤੇ ਲੈ ਕੇ ਗਏ ਹੋ ਤੇ ਲੋਕ ਤੁਹਾਨੂੰ ਕਿਸੇ ਮੁਕਾਮ ਤੇ ਲੋਕਾਂ ਨੇ ਪਹੁੰਚਾ ਦਿੱਤਾ। ਸੋ ਲੋਕ ਵੱਡੇ ਹੁੰਦੇ ਆ, ਲੋਕ ਸ਼ਕਤੀ ਵੱਡੀ ਹੁੰਦੀ ਆ। ਹਕੂਮਤਾਂ ਤਾਂ ਹੱਕ ਮੇਟ ਜਿਹਦਾ ਅਰਥ ਬਣਦਾ ਹੈ ਤੇ ਲੱਗੀਆਂ ਹੋਈਆਂ ਨੇ, ਜ਼ੁਲਮ ਦੀ ਕੋਈ ਕਸਰ ਨਹੀਂ ਛੱਡੀ। ਅਸੀਂ ਤਾਂ ਐਵੇਂ ਬਦਨਾਮ ਕਰੀ ਜਾਂਦੇ ਕਿ ਔਰੰਗਜ਼ੇਬ ਨੇ ਉਹ ਕੀਤਾ, ਆਹ ਕੀਤਾ। ਅਸੀਂ ਇਹ ਨਹੀਂ ਕਹਿੰਦੇ ਨਹੀਂ ਕੀਤਾ, ਇਤਿਹਾਸ ਗਵਾਹ ਹੈ। ਪਰ ਮੈਨੂੰ ਲੱਗਦਾ ਕਿ ਅੱਜ ਕਿਤੇ ਨਾ ਕਿਤੇ ਔਰੰਗਜ਼ੇਬ ਦੀ ਰੂਹ ਜੇ ਦੇਖਦੀ ਹੋਵੇਗੀ ਤਾਂ ਉਹ ਵੀ ਕਹਿੰਦੀ ਹੋਵੇਗੀ, ਲਾਹਨਤਾਂ ਪਾਉਂਦੀ ਹੋਵੇਗੀ ਇਤਿਹਾਸਕਾਰਾਂ ਨੂੰ ਕਿ ਵੀ ਹੁਣ ਕੀ ਕਹੋਗੇ, ਇਹਨੇ ਤਾਂ ਮੈਨੂੰ ਵੀ ਮਾਤ ਪਾ ਦਿੱਤਾ। ਸੋ ਹਿਟਲਰੀ ਨੀਤੀਆਂ ਤੇ ਚੱਲ ਰਹੀ ਆ ਭਾਰਤ ਦੀ ਹਕੂਮਤ, ਜਿਹੜੀਆਂ ਚੰਗੀਆਂ ਗੱਲਾਂ ਨਹੀਂ ਹੈਗੀਆਂ। ਲੋਕ ਸ਼ਕਤੀ ਮਹਾਨ ਹੁੰਦੀ ਆ। ਮੁਸੋਲਿਨੀ ਦਾ ਤੁਸੀਂ ਦੇਖ ਲਓ ਇਤਿਹਾਸ ਪੜ੍ਹ ਕੇ ਵੀ ਕਿਸ ਤਰੀਕੇ ਨਾਲ ਉਹਨੂੰ ਮਾਰ ਕੇ ਟੰਗਿਆ ਗਿਆ ਸੀਗਾ। ਫਿਰ ਤੁਸੀਂ ਜਿਹੜਾ ਆਪਣਾ ਰੋਮਾਨੀਆ ਦੀ ਇੱਕ ਖਬਰ ਸੀਗੀ ਕਿ ਉੱਥੋਂ ਦੇ ਰਾਸ਼ਟਰਪਤੀ ਨੂੰ ਕਿਸ ਤਰੀਕੇ ਦੇ ਨਾਲ ਜਨਤਾ ਦੇ ਨਾਲ ਹੀ ਉਹਦਾ ਜਿਹੜਾ ਸੁਰੱਖਿਆ ਵਿੰਗ ਸੀਗਾ ਨਾ, ਉਹ ਵੀ ਰਲ ਗਿਆ ਸੀਗਾ, ਤੇ ਫਿਰ ਕਿਸ ਤਰੀਕੇ ਦੇ ਨਾਲ ਉਹਨੂੰ ਮਾਰਿਆ। ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ। ਸੋ ਗੁਰਬਾਣੀ ਤੇ ਇਹ ਵੀ ਕਹਿੰਦੀ ਰੇ ਮਨ ਅਚੇਤ ਪਾਪ ਤੇ ਡਰ। ਉਹ ਤਾਂ ਅਚੇਤ ਸੁੱਤੇ ਸਿੱਧ ਵੀ ਪਾਪ ਕਰਨ ਤੋਂ ਵਰਜਦੀ ਬਾਣੀ। ਕਿਉਂ ਵਰਜਦੀ ਆ? ਕਿਉਂਕਿ ਕਹਿੰਦੇ ਵੀ ਜਿਹੜਾ ਤੁਸੀਂ ਸੁੱਤੇ ਸਿੱਧੇ ਮਨ ਦੇ ਵਿੱਚ ਸੋਚ ਲਿਆ ਨਾ ਕੋਈ ਅਪਰਾਧ ਕਰਨ ਦੇ ਵਿੱਚ, ਠੀਕ ਹੈ, ਉਹ ਪਾਪ ਦੀ ਸ਼੍ਰੇਣੀ 'ਚ ਆ ਗਿਆ। ਤੇ ਫਿਰ ਉਹ ਸੋਚੇ ਹੋਏ ਅਪਰਾਧ ਨੂੰ ਜੇ ਤੁਸੀਂ ਇੰਪਲੀਮੈਂਟ ਕਰ ਦਿੱਤਾ, ਉਹਦਾ ਇੰਪਲੀਮੈਂਟੇਸ਼ਨ ਕਰ ਦਿੱਤਾ, ਤੇ ਫਿਰ ਉਹ ਗੁਨਾਹ ਬਣ ਗਿਆ, ਅਪਰਾਧ ਬਣ ਗਿਆ। ਤੇ ਫਿਰ ਅਪਰਾਧ ਦੀ ਜਿਹੜੀ ਸਜ਼ਾ ਹੁੰਦੀ ਆ ਨਾ, ਉਹ ਇੱਥੇ ਤਾਂ ਦਿੰਦੇ ਹੀ ਨੇ, ਸਰਕਾਰਾਂ ਦਿੰਦੀਆਂ ਨੇ,
ਜਿਹੜੀ ਪੁਲਿਸ ਪ੍ਰਸ਼ਾਸਨ ਦਿੰਦਾ ਤੇ ਲੋਕ ਵੀ ਦਿੰਦੇ ਆ, ਤੇ ਮਾਫ ਤੁਹਾਨੂੰ ਉਸ ਦਰਗਾਹ ਦੇ ਵਿੱਚ ਵੀ ਨਹੀਂ ਕੀਤਾ ਜਾਏਗਾ। ਸੋ ਇਸੇ ਕਰਕੇ ਗੁਰਬਾਣੀ ਕਹਿੰਦੀ ਰੇ ਮਨ ਅਚੇਤ ਪਾਪ ਤੇ ਡਰ, ਵੀ ਸੁੱਤੇ ਸਿੱਧ ਵੀ ਤੂੰ ਪਾਪ ਕਰਨ ਬਾਰੇ ਵੀ ਨਾ ਸੋਚ। ਸੋ ਇਹ ਸੋਚਣਾ ਚਾਹੀਦਾ ਹਕੂਮਤ ਨੂੰ, ਮੋਦੀ ਸਰਕਾਰ ਨੂੰ, ਔਰ ਸਾਡੇ ਲੀਡਰਾਂ ਨੂੰ ਵੀ, ਦੋਨਾਂ ਨੂੰ ਸੋਚਣਾ ਪਏਗਾ। ਤੇ ਅਸੀਂ ਬਾਰ-ਬਾਰ ਇਸ ਪਲੇਟਫਾਰਮ ਤੋਂ ਅਪੀਲ ਕਰਦੇ ਮੋਦੀ ਸਰਕਾਰ ਨੂੰ ਕਿ ਮੋਦੀ ਜੀ ਬਹੁਤ ਹੋ ਗਿਆ, ਬਹੁਤ ਹੋ ਗਿਆ। ਹੁਣ ਤੁਸੀਂ ਹੰਕਾਰ ਦਾ ਪੱਲਾ ਛੱਡ ਦਿਓ ਤੇ ਹੁਣ ਤੁਸੀਂ ਨਾ ਨਿਮਰਤਾ ਦਾ ਪੱਲਾ ਫੜ ਲਓ। ਕੁਛ ਨਹੀਂ ਵਿਗੜਦਾ ਤੁਹਾਡਾ ਜੇਕਰ ਤੁਸੀਂ ਆ ਕੇ ਉੱਥੇ ਜਿਹੜੇ ਪੰਡਾਲ ਦੇ ਵਿੱਚ, ਲੋਕ ਵੀ ਉਹਨਾਂ ਦੇ ਨੇ। ਬਿਲਕੁਲ ਜੀ, ਬਿਲਕੁਲ ਲੋਕਾਂ ਨੇ ਉਹਨਾਂ ਨੂੰ ਇੱਥੋਂ ਤੱਕ ਪਹੁੰਚਾਇਆ, ਤੇ ਜੇ ਉਹ ਲੋਕਾਂ ਦੀ ਗੱਲ ਮੰਨ ਵੀ ਲੈਣਗੇ ਤਾਂ ਲੋਕਾਂ 'ਚ ਸਭ ਉਹਨਾਂ ਦਾ ਕੱਦ ਵੱਡਾ ਹੋਏਗਾ, ਛੋਟਾ ਨਹੀਂ। ਬਿਲਕੁਲ। ਸੋ ਕਦੇ ਵੀ ਜਿਹੜਾ ਰਾਜਾ ਹੁੰਦਾ ਹੈ ਨਾ, ਉਹ ਧਰਮੀ ਰਾਜਾ ਹੀ ਅੱਜ ਤੱਕ ਗਾਇਆ ਜਾਂਦਾ ਹੈ ਗਥਾਵਾਂ ਦੇ ਵਿੱਚ, ਕਥਾਵਾਂ ਦੇ ਵਿੱਚ, ਠੀਕ ਹੈ ਜੀ, ਜਿਨ੍ਹਾਂ ਨੇ ਧਰਮ ਤੇ ਚੱਲ ਕੇ ਜਿਹੜੇ ਰਾਜ ਭਾਗ ਕੀਤੇ ਨੇ। ਔਰ ਵਿਕਰਮਾਦਿੱਤਿਆ ਦੀ ਗੱਲ ਕਰਦੇ ਹਾਂ ਅਸੀਂ, ਹੋਰ ਬਹੁਤ ਸਾਰੇ ਇਹੋ ਜਿਹੇ ਰਾਜੇ ਹੋਏ ਆ ਪ੍ਰਾਤਨ, ਜਿਨ੍ਹਾਂ ਦੀਆਂ ਗਥਾਵਾਂ ਅੱਜ ਅਸੀਂ ਸੁਣਦੇ ਹਾਂ, ਹਨਾ, ਕਬਿਤ ਬੈਂਤ ਉਹ ਸੁਣਦੇ ਆ। ਮਹਾਰਾਜਾ ਰਣਜੀਤ ਸਿੰਘ ਸਾਡੇ ਸਮਿਆਂ ਦੇ ਵਿੱਚ ਨੇੜਲੇ, ਹਾਂ, ਉਹਨਾਂ ਨੇ ਕਿਵੇਂ ਅਕਾਲ ਪੈਣ ਤੇ ਆਪਣੀ ਪ੍ਰਜਾ ਵਾਸਤੇ ਸਿਰ ਤੇ ਚੁੱਕ ਕੇ ਵੀ ਪੰਡ ਅਗਲੇ ਦੇ ਘਰ ਪਹੁੰਚਾਏ ਸੀ। ਜਦੋਂ ਇੱਕ ਵਾਰੀ ਕਾਲ ਪੈ ਗਿਆ ਸੀਗਾ, ਪੋਤਾ ਪਾਂਦੀ, ਕਵਿਤਾ ਦਾ ਨਾਮ ਸੀ, ਬਚਪਨ ਚ ਪੜ੍ਹਦੇ ਸੀ, ਪੋਤਾ ਪਾਂਦੀ, ਕਿ ਇੱਕ ਬਜ਼ੁਰਗ ਸੀਗਾ ਵੀ ਉਹ ਅਨਾਜ ਦੇ ਭੰਡਾਰ ਉਹਨਾਂ ਨੇ ਖੋਲ ਦਿੱਤੇ ਸੀ ਵੀ ਲਿਜਾ ਸਕਦੇ ਹੋ। ਸੋ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੀਦਾ ਮੋਦੀ ਜੀ, ਕਿਉਂਕਿ ਤੁਹਾਨੂੰ ਪ੍ਰਮਾਤਮਾ ਨੇ, ਉਸ ਅਕਾਲ ਪੁਰਖ ਨੇ ਇੱਕ ਬਹੁਤ ਵਧੀਆ ਮੌਕਾ ਦਿੱਤਾ ਲੋਕਾਂ ਦੀ, ਪ੍ਰਜਾ ਦੀ, ਜੀਵਾਂ ਦੀ ਸੇਵਾ ਕਰਨ ਦਾ। ਤੁਸੀਂ ਆ ਪਰਜੂਵੀਆਂ ਵਾਲੀਆਂ ਜਿਹੜੀਆਂ ਹੈਗੀਆਂ ਨਾ, ਜਿਹੜੀਆਂ ਬਦਜ਼ੁਬਾਨੀ ਕਰਨ ਵਾਲੀਆਂ ਗੱਲਾਂ, ਇਹਨਾਂ ਨੂੰ ਇੱਕ ਪਾਸੇ ਰੱਖ ਕੇ ਇਹਨਾਂ ਦੀ ਵੀ ਤੁਹਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ। ਸੋ ਤੁਸੀਂ ਆਪਣੇ ਲੋਕਾਂ ਨੂੰ ਪਰਜੀਵੀ ਕਹੋਗੇ, ਗਾਲੀ ਦਿਓਗੇ, this is not fair for you ਮੋਦੀ ਜੀ, this is not fair for you। ਸੋ ਇਹ ਪਰਜੀਵੀ ਬਾਰੇ ਤੁਸੀਂ ਜ਼ਰੂਰ ਡਾਕਟਰ ਸਾਹਿਬ ਦੱਸਿਓ। ਪਰਜੀਵੀ ਦਾ ਮਤਲਬ ਹੈ ਪੈਰਾਸਾਈਟ ਜੀ। ਪੈਰਾਸਾਈਟ ਮਤਲਬ ਕੀਟਾਣੂ ਜਿਹੜੇ ਦੂਸਰੇ ਦੇ ਭੋਜਨ ਤੇ ਪਲਦੇ ਆ। ਜੀ। ਤਾਂ ਪੈਰਾਸਾਈਟ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਗਾਲੀ ਹੋ ਗਈ। ਬਿਲਕੁਲ ਜੀ, ਠੀਕ ਹੈ ਨਾ। ਸੋ ਮੋਦੀ ਜੀ ਨੇ ਅੰਦੋਲਨ ਕਰਨ ਵਾਲਿਆਂ ਨੂੰ ਅੰਦੋਲਨ ਜੀਵੀ ਤੇ ਉਹਨਾਂ ਦੇ ਨਾਲ ਰਲਣ ਵਾਲਿਆਂ ਨੂੰ, ਰਲ ਕੇ ਚੱਲਣ ਵਾਲਿਆਂ ਨੂੰ ਪਰਜੀਵੀ ਕਿਹਾ। ਸੋ ਇਹ ਮੋਦੀ ਜੀ ਵਾਸਤੇ ਬਹੁਤ ਹੀ ਗਲਤ ਗੱਲ ਹੈ, ਜਿਹੜੇ ਕਿ ਆਪਣੀ ਹੀ ਜਨਤਾ ਨੂੰ ਪਰਜੀਵੀ ਦੱਸ ਰਹੇ ਨੇ, ਆਪਣੀ ਹੀ ਜਨਤਾ ਨੂੰ ਅੰਦੋਲਨ ਜੀਵੀ ਦੱਸ ਰਹੇ ਨੇ। ਅੰਦੋਲਨ ਜੀਵੀ ਤਾਂ ਫਿਰ 1947 ਤੋਂ ਪਹਿਲਾਂ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ, ਸਾਰਿਆਂ ਨੇ ਅੰਦੋਲਨ ਕੀਤੇ ਸੀ, ਤਾਂ ਉਹਨਾਂ ਨੂੰ ਵੀ ਇਹ ਅੰਦੋਲਨ ਜੀਵੀ ਦੱਸਣਗੇ। ਨਿਕਲਦੀਆਂ ਕ੍ਰਾਂਤੀਆਂ ਅੱਜ ਵਰਲਡ ਦੀ ਕੋਈ ਤੁਸੀਂ ਕ੍ਰਾਂਤੀ ਲੈ ਲਓ ਜੀ, ਉਹ ਅੰਦੋਲਨਾਂ ਚੋਂ ਨਿਕਲੀ ਆ। ਖੁਦ ਮੋਦੀ ਜੀ ਖੁਦ ਵੀ ਕੁਰਸੀ ਜਿਹੜੀ ਪ੍ਰਾਪਤ ਕੀਤੀ ਹੈ ਵੀ ਅੰਦੋਲਨ ਦੇ ਵਿੱਚੋਂ ਇਹਨਾਂ ਨੇ ਪ੍ਰਾਪਤ ਕੀਤੀ ਹੈ। ਅੰਨਾ ਦੇ ਅੰਦੋਲਨ ਦੇ ਵਿੱਚ PM ਬਣ ਗਏ, ਪਹਿਲਾਂ CM ਰਹੇ, ਤੇ ਹੁਣ ਅੰਨਾ ਹਜ਼ਾਰੇ ਜੀ ਨੂੰ ਕੀ ਕਹੋਗੇ, ਉਹਨਾਂ ਨੂੰ ਪਰਜੀਵੀ ਕਹੋਗੇ, ਕੀ ਕਹੋਗੇ? ਸੋ ਬਿਲਕੁਲ ਹਾਲੇ ਵੀ ਸਮਾਂ ਰਹਿੰਦੇ ਮੋਦੀ ਜੀ ਨੂੰ ਆਣ ਕੇ ਇੱਥੇ ਜਿਹੜਾ ਲੋਕਾਂ ਦੇ ਵਿੱਚ ਮਾਫੀ ਮੰਗ ਲੈਣੀ ਚਾਹੀਦੀ ਹੈ, ਤੇ ਉਸ ਪਲੇਟਫਾਰਮ ਤੇ ਖੜੇ ਹੋ ਕੇ ਮੈਂ ਕਹਿੰਦੀ ਹਾਂ ਵੀ ਕੋਈ ਵੀ ਬੰਦਾ, ਲੋਕ ਇੰਨਾ ਕੁ ਤੁਹਾਨੂੰ ਅੱਖਾਂ ਤੇ ਬਿਠਾ ਲੈਣਗੇ, ਕਿਉਂਕਿ ਜਨਤਾ ਛੇਤੀ ਭੁੱਲ ਜਾਂਦੀ ਹੈ। ਬਿਲਕੁਲ। ਔਰ ਡੈਫੀਨੇਟਲੀ ਜਿਹੜਾ ਤੁਹਾਡਾ ਅਗਲਾ PM ਹੈ, ਫਿਰ ਤੁਹਾਨੂੰ ਡਿਕਲੇਅਰ ਕਰ ਦੇਣਗੇ ਉੱਥੇ। ਪਰ ਪਤਾ ਨਹੀਂ ਹੈ ਕਿ ਮੋਦੀ ਜੀ ਤੁਹਾਡੇ ਦਿਮਾਗ ਨੂੰ ਹੋਇਆ ਤੇ ਇਹ ਪਤਾ ਵੀ ਹੁਣ ਇਹਨਾਂ ਦੇ ਦਿਮਾਗ ਨੂੰ ਕੁਝ ਹੋਇਆ ਜਾਂ ਇਹ ਨਹੀਂ ਪਤਾ ਵੀ ਇਹਨਾਂ ਦੀ ਸਲਾਹਕਾਰ ਮੰਡਲੀ ਹੀ ਇਸ ਤਰ੍ਹਾਂ ਦੀ ਹੈ, ਇਹਨਾਂ ਨੂੰ ਇਸ ਤਰ੍ਹਾਂ ਦੇ ਸੁਝਾਅ ਦਿੰਦੀ ਹੈ। ਸੋ ਇਹ ਸਭ ਚੀਜ਼ਾਂ ਨੂੰ ਪਾਸੇ ਰੱਖ ਕੇ ਨਿਰਛਲ ਤੇ ਨਿਰਪੱਖ ਤੌਰ ਤੇ ਸੋਚਣ ਤੇ ਆਪਣੇ ਲੋਕਾਂ ਦੇ ਨੁਮਾਇੰਦੇ ਬਣ ਕੇ, ਆਪਣੇ ਲੋਕਾਂ ਦੇ ਚਹੇਤੇ ਬਣ ਕੇ ਵਿਚਰਨ, ਤਾਂ ਕਿ ਲੋਕ ਇਹਨਾਂ ਨੂੰ ਅੱਗੋਂ ਵੀ ਵੋਟਾਂ ਪਾ ਕੇ ਇਸ ਕੁਰਸੀ ਤੇ ਵਿਰਾਜਮਾਨ ਕਰ ਸਕਣ, ਤੇ ਇਹਨਾਂ ਦਾ ਇਹ ਸੁਪਨਾ ਸਾਕਾਰ ਹੋ ਸਕੇ ਵੀ ਅਸੀਂ ਇੰਨੇ ਸਾਲ ਰਾਜ ਕੀਤਾ। ਬਿਲਕੁਲ। ਸੋ ਧੱਕੇ ਦੇ ਨਾਲ ਕਦੇ ਜਿਹੜੀ ਸੱਤਾ ਹੈ ਉਹ ਇੱਕ ਵਾਰੀ ਜ਼ਰੂਰ ਹਥਿਆਈ ਜਾ ਸਕਦੀ, ਪਰ ਉਹਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਬਾਬਰ ਨੇ ਜਦੋਂ ਪਹਿਲੀ ਗ੍ਰਿਫਤਾਰੀ ਗੁਰੂ ਸਾਹਿਬ ਦੀ ਹੁੰਦੀ, ਗੁਰੂ ਨਾਨਕ ਸਾਹਿਬ ਦੀ, ਤੇ ਬਾਬਰ ਜਦੋਂ ਆਉਂਦਾ ਹੈ ਉੱਥੇ ਜੇਲ੍ਹ ਦੇ ਵਿੱਚ, ਤੇ ਉਹਨਾਂ ਨੂੰ ਫਰਿਆਦ ਕਰਦਾ ਹੈ ਕਿ ਮੇਰਾ ਰਾਜ ਜਿਹੜਾ ਜੁਗੋ ਜੁਗ ਰਵੇ। ਤੇ ਉਹਨਾਂ ਨੇ ਕਿਹਾ ਕਿ ਬਾਬਰ, ਜਦੋਂ ਤੱਕ ਤੂੰ ਸੱਚ ਤੇ ਰਹੇਗਾ, ਕਾਇਮ ਰਹੇਗਾ, ਜਦ ਤੂੰ ਸੱਚ ਤੇ ਕਾਇਮ ਰਹੇਗਾ, ਤੇਰਾ ਜਿਹੜਾ ਰਾਜ ਚੱਲਦਾ ਰਹੇਗਾ। ਜਦੋਂ ਸੱਚ ਤੋਂ ਗਿਰ ਗਿਆ, ਤੇਰਾ ਰਾਜ ਭਾਗ ਖਤਮ ਹੋ ਜਾਣਾ। ਉਹੀ ਕਾਰਨ ਹੋਇਆ ਕਿ ਜਿੰਨੀ ਦੇਰ ਬਾਬਰ ਦਾ ਰਾਜ ਸੱਚ ਤੇ ਚੱਲਦਾ ਰਿਹਾ,
ਤੇ ਉਹ ਚੱਲਦਾ ਰਿਹਾ। ਤੇ ਜਦੋਂ ਔਰੰਗਜ਼ੇਬ ਦੇ ਵੇਲੇ ਆ ਕੇ ਉਹਨੇ ਅਤਿਆਚਾਰਾਂ ਦੇ ਜ਼ੁਲਮਾਂ ਦੀ ਜਿਹੜੀ ਇੱਕ ਹਨੇਰੀ ਚਲਾਤੀ, ਤਾਂ ਤੁਸੀਂ ਦੇਖ ਲਓ ਕਿ ਮੁਗਲ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਅੱਜ ਤੀਕ ਉਹਨਾਂ ਨੂੰ ਕੋਈ ਜਿਹੜਾ ਪੁੱਛਦਾ ਨਹੀਂ ਹੈ, ਅੱਜ ਤੱਕ ਕੋਈ ਉਹਨਾਂ ਨੂੰ ਥਾਂ ਹਾਸਲ ਨਹੀਂ ਹੋਈ। ਔਰ ਤੁਸੀਂ ਦੇਖ ਲਓ ਕਿ ਕਿਵੇਂ ਉਹ ਰੁਲਦੇ ਫਿਰਦੇ ਨੇ। ਸੋ ਬਹੁਤ ਸਾਰੀਆਂ ਇਤਿਹਾਸਿਕ ਉਦਾਹਰਨਾਂ ਸਾਡੇ ਸਾਹਮਣੇ ਨੇ। ਮੋਦੀ ਜੀ, ਇਹ ਲਾਲ ਕਿਲ੍ਹਾ ਵੀ ਉਹਨਾਂ ਉਸੇ ਮੁਗਲ ਹਕੂਮਤ ਦਾ ਹੀ ਹੈ, ਹੈ ਨਾ। ਦੇਖ ਲਓ ਅੱਜ ਕਿਲ੍ਹੇ ਦੇ ਵਿੱਚ ਜਿਹੜੇ ਕਬੂਤਰ ਬੋਲਦੇ ਨੇ, ਬਿੱਠਾਂ ਕਰਦੇ ਨੇ। ਸੋ ਇਹ ਕੁਛ ਹੀ ਹੋਣਾ ਸਾਰਿਆਂ ਦੇ ਨਾਲ। ਸੋ ਕਿਰਪਾ ਕਰਕੇ ਬਾਰ-ਬਾਰ ਸਾਡੀ ਅਪੀਲ ਆ, ਹੱਠ ਛੱਡੋ। ਹੱਠਕਰਮੀ ਚੰਗੀ ਨਹੀਂ ਹੁੰਦੀ। ਸੋ ਮਾਨਵਵਾਦੀ ਜਿਹੜੇ ਰਵੱਈਆ ਅਪਣਾਓ, ਤੇ ਜਿਹੜੇ ਹੱਕ ਹਕੂਕ ਨੇ ਮਨੁੱਖਾਂ ਦੇ, ਉਹਨਾਂ ਨੂੰ ਦਿਓ ਨਾ, ਸਗੋਂ ਰਾਖੀ ਵੀ ਕਰੋ। ਕਿਉਂਕਿ ਪੌਣ ਪਾਣੀ ਜੋ ਬਨਸਪਤੀ ਆ ਨਾ, ਇਹ ਤਾਂ ਜਿਹੜੀ ਕੁਦਰਤੀ ਆ। ਔਰ ਕੁਦਰਤ ਨੇ ਜੋ ਮਨੁੱਖ ਪੈਦਾ ਕੀਤਾ, ਮਨੁੱਖ ਹੀ ਨਹੀਂ ਇਕੱਲਾ, ਗੈਰ ਮਨੁੱਖੀ ਜੀਵ ਜੰਤੂ ਜੋ ਵੀ ਪੈਦਾ ਕੀਤਾ, ਉਹ ਸਭ ਦੇ ਲਈ ਆ, ਸਭ ਦੇ ਉਹਦੇ ਤੇ ਸਭ ਦਾ ਅਧਿਕਾਰ ਹੈ, ਠੀਕ ਹੈ। ਕੇਵਲ ਕਾਰਪੋਰੇਟ ਘਰਾਣਿਆਂ ਦਾ ਨਹੀਂ ਹੋਣਾ ਚਾਹੀਦਾ। ਸੋ ਇਸ ਕਰਕੇ ਤੁਸੀਂ ਕੁਦਰਤ ਨਾਲ, ਮਨੁੱਖ ਨਾਲ ਨਹੀਂ, ਤੁਸੀਂ ਸਿੱਧਾ ਤੇ ਸਿੱਧਾ ਉਸ ਪਰਮਾਤਮਾ ਦੇ ਨਾਲ ਟੱਕਰ ਲਾਈ ਹੋਈ ਹੈ। ਚੰਗੀ ਗੱਲ ਨਹੀਂ ਹੈਗੀ। ਰਿਜ਼ਲਟ ਬਹੁਤ ਮਾੜੇ ਭਿਆਨਕ ਨਿਕਲਣਗੇ। ਸੋ ਇੰਨੀਆਂ ਵਿਚਾਰਧਾਰਾਵਾਂ ਦੇ ਨਾਲ ਆਪਾਂ ਇੱਕ ਵਾਰੀ ਮੇਰੇ ਖਿਆਲ ਹੈ ਵੀ ਨੌਦੀਪ ਦੀ ਗੱਲ ਉਹਨਾਂ ਨੂੰ ਜ਼ਰੂਰ ਅਪੀਲ ਕਰ ਦਿਓ, ਜਥੇਬੰਦੀਆਂ ਨੂੰ ਦੁਬਾਰਾ ਸਾਡੀ ਹੱਥ ਜੋੜ ਕੇ ਨਿਮਰਤਾ ਸਹਿਤ ਅਪੀਲ ਹੈ ਕਿ ਉਸ ਬੱਚੀ ਵਾਸਤੇ ਆਵਾਜ਼ ਚੁੱਕੋ ਜਿੰਨੀ ਚੁੱਕ ਸਕਦੇ ਹੋ, ਔਰ ਜਿੰਨੀ ਛੇਤੀ ਉਸ ਬੱਚੀ ਨੂੰ ਰਿਹਾ ਕਰਵਾ ਸਕਦੇ ਹੋ। ਕਿਉਂਕਿ ਸੁਣਿਆ ਕਿ ਉਹਦੇ ਤੇ ਬਹੁਤ ਸੰਗੀਨ ਧਾਰਾਵਾਂ ਲਾਈਆਂ ਗਈਆਂ, ਸੋ ਤਸ਼ੱਦਦ ਵੀ ਬਹੁਤ ਹੋਇਆ। ਸੋ ਉਸ ਬੱਚੀ ਦੀ ਬਾਂਹ ਫੜੋ, ਉਸ ਬੱਚੀ ਵਾਸਤੇ ਜਿੰਨੀ ਛੇਤੀ ਤੁਸੀਂ ਕੁਝ ਕਰ ਸਕਦੇ ਹੋ ਉਸ ਨੂੰ ਬਾਹਰ ਲਿਆਉਣ ਦੇ ਯਤਨ ਕਰੋ। ਸਾਡੀ ਬਾਰ-ਬਾਰ ਇਸ ਮਾਧਿਅਮ ਰਾਹੀਂ ਤੁਹਾਨੂੰ ਇਹੀ ਬੇਨਤੀ ਹੈ, ਪਲੀਜ਼ ਸਾਡੀ ਇਸ ਬੇਨਤੀ ਨੂੰ ਸਵੀਕਾਰ ਕਰੋ। ਬਿਲਕੁਲ ਜੀ। ਬਾਕੀ ਜਿਹੜਾ ਹੌਸਲਾ ਰੱਖੋ, ਜਿੰਨੇ ਤੁਸੀਂ ਇੱਥੇ ਯੋਧੇ ਡਟੇ ਹੋਏ ਹੋ, ਭੈਣਾਂ ਨੇ, ਭਰਾ ਨੇ, ਬਜ਼ੁਰਗ ਨੇ, ਸਾਰਿਆਂ ਨੂੰ ਸਾਡਾ ਬਾਰੰਬਾਰ ਜਿਹੜਾ ਸਜਦਾ ਹੈ, ਸਲੂਟ ਹੈ। ਔਰ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਨੂੰ ਹੋਰ ਵੀ ਬਲਬੂਤੀ ਸਮਰੱਥਾ ਬਖਸ਼ੇ। ਔਰ ਅਸੀਂ ਮੇਰੇ ਖਿਆਲ ਹੈ ਵੀ ਇਹ ਤਾਂ ਨਾ ਕਹੀਏ ਕਿ ਜਿੱਤ ਦੇ ਨੇੜੇ ਲਗਭਗ ਜਿੱਤ ਹੀ ਗਏ। ਅਸੀਂ ਜਿਹੜਾ ਪਿਆਰ ਜਿੱਤਿਆ ਪੂਰੇ ਸੰਸਾਰ, ਪੋਜ਼ਿਟਿਵਿਟੀ ਹੈ, ਉਹ ਬਹੁਤ ਵੱਡੀ ਚੀਜ਼ ਹੁੰਦੀ। ਬਿਲਕੁਲ। ਸੋ ਸਾਡਾ ਸ਼ੁਰੂ ਤੋਂ ਹੀ ਇਹ ਮੰਨਣਾ ਰਿਹਾ, ਸਾਡੀ ਸ਼ੁਰੂ ਤੋਂ ਮਾਨਤਾ ਰਹੀ ਹੈ ਕਿ ਅਸੀਂ ਜਿੱਤੇ ਹੀ ਹੋਏ ਹਾਂ, ਬਸ ਐਲਾਨ ਬਾਕੀ ਹੈ, ਠੀਕ ਹੈ। ਸੋ ਇਸ ਕਰਕੇ ਜਿਵੇਂ ਟਕੈਤ ਸਾਹਿਬ ਕਹਿੰਦੇ ਸੀ ਨੇ, ਕਲਮ ਤੇ ਕੈਮਰੇ, ਕਲਮਾਂ ਤੇ ਕਿਸਾਨ ਬੰਦੂਕਾਂ ਦੇ ਪੈਰੇ। ਬਿਲਕੁਲ ਸਹੀ ਕਹਿ ਰਹੇ ਨੇ ਉਹ। ਪਰ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਇਹ ਬੰਦੂਕਾਂ ਦੇ ਪਹਿਰੇ ਛੇਤੀ ਹੀ ਹਟਣਗੇ ਤੇ ਅਸੀਂ ਛੇਤੀ ਹੀ ਜਿੱਤ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਪਰਤਾਂਗੇ। ਕਿਉਂਕਿ ਲੋਕ ਸ਼ਕਤੀ ਦੇ ਅੱਗੇ ਕੋਈ ਸੱਚਾਈ ਹੋਵੇ ਤੇ ਲੋਕ ਸ਼ਕਤੀ ਹੋਵੇ, ਉਹਦੇ ਅੱਗੇ ਕੋਈ ਬੁਰਾਈ ਟਿਕ ਨਹੀਂ ਸਕਦੀ। ਤੇ ਜ਼ਰੂਰ ਇਸੇ ਖੇਤਰ ਦੇ ਵਿੱਚ, ਕੁਰੂਕਸ਼ੇਤਰ ਦੇ ਵਿੱਚ, ਜਿਵੇਂ ਇੱਕ ਹੁਣ ਤੱਕ ਕਿਹਾ ਜਾਂਦਾ ਸੀ ਬਦੀ ਤੇ ਨੇਕੀ ਦੀ ਜਿੱਤ ਹੋਈ ਹੈ, ਤੇ ਇਸੇ ਤਰ੍ਹਾਂ ਹੁਣ ਜਿਹੜਾ ਅਸਲ ਦੇ ਵਿੱਚ ਨੇਕੀ ਬਦੀ ਦਾ ਯੁੱਧ ਹੋ ਰਿਹਾ, ਤੇ ਨੇਕੀ ਨੇ ਜਿੱਤਣਾ ਟਾਈਮ ਜ਼ਰੂਰ ਲੱਗ ਸਕਦਾ। ਸੋ ਇੰਨੀਆਂ ਹੀ ਸਾਡੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੋਈ ਨਵੇਂ ਵਿਸ਼ੇ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਧੰਨਵਾਦ।